मैं ਤੁਹਾਨੂੰ ਨੰਬਰਾਂ ਦੀ ਲਿਸਟ ਦੇ ਦਿੰਦਾ ਜਿਹਦੇ ਵਿੱਚ ਐਡਵੋਕੇਟ ਵੀ ਨੇ, ਮੀਡੀਆ ਵਾਲੇ ਵੀ ਨੇ, ਪ੍ਰੈਸ ਵਾਲੇ, ਤੁਹਾਡੇ ਵਰਗੇ, ਤੁਹਾਡਾ ਨੰਬਰ ਵੀ ਹੈਗਾ ਉਹਦੇ 'ਚ, ਹੈ ਨਾ, ਕਿ ਭਾਈ ਜਿੱਦਾਂ ਚੁੱਕਣਗੇ ਉੱਦਾਂ ਭਾਈ ਇਹਨਾਂ ਨੂੰ ਦੇ ਦਿਓ, ਹੈ ਨਾ। ਜਿੱਦਣ ਸੜਕ 'ਤੇ ਕਿੱਲ ਲਾਏ ਸੀ ਉਦੋਂ ਮੈਂ ਪੇਂਟਿੰਗ ਬਣਾਈ ਸੀ। ਇੱਧਰਲੇ ਪਾਸੇ ਸੜਕ 'ਤੇ ਕਿੱਲ ਲਾਏ ਜਾ ਰਹੇ, ਦੂਜੇ ਪਾਸੇ ਕਿਸਾਨ ਝੋਨਾ ਲਾ ਰਿਹਾ, ਅਤੇ ਪਿਛਲੇ ਪਾਸੇ ਉਹਦੀਆਂ ਦੋ ਅੱਖਾਂ ਸੀਗੀਆਂ ਦੀਦੀਆਂ ਜਿਹੜੀਆਂ ਹੁਕਮਰਾਨ ਦੀਆਂ ਅੱਖਾਂ, ਉਹਦੇ ਵਿੱਚ ਇੱਕ ਅੱਖ ਡਰ ਰਹੀ ਹੈ, ਦੂਜੀ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੇਰੇ ਜਾਣ ਪਛਾਣ ਦੇ ਬਹੁਤ ਸਾਰੇ ਲੋਕ ਵੀ ਲਾਲ ਕਿਲ੍ਹੇ ਦੇ ਅੱਗੇ ਗਏ ਆ, ਅਤੇ ਸਾਰਿਆਂ ਨਾਲ ਲਗਭਗ ਮੇਰੀ ਗੱਲ ਹੋਈ ਹੈ, ਅਤੇ ਉਹ ਕਿਸੇ ਇੱਕ ਬੰਦੇ ਦੇ ਕਹਿਣ 'ਤੇ ਨਹੀਂ ਗਏ। ਉਹਨਾਂ ਨੇ ਆਪ ਮੈਨੂੰ ਦੱਸਿਆ ਕਿ ਸਾਨੂੰ ਤਾਂ ਕਿਸੇ ਬੰਦੇ ਨੇ ਨਹੀਂ ਕਿਹਾ। ਉਹਨਾਂ 'ਚੋਂ ਕਈ ਇਹੋ ਜਿਹੇ ਬੰਦੇ ਸੀ ਜਿਹੜੇ ਕਿ ਸੰਯੁਕਤ ਮੋਰਚੇ ਨਾਲ ਜੁੜੇ ਹੋਏ ਸੀਗੇ। ਤਾਂ ਮੈਨੂੰ ਸਮਝ ਨਹੀਂ ਆਇਆ ਕਿ ਮੈਂ ਕਿਹੜੀਆਂ ਮੇਰੀਆਂ ਪੇਂਟਿੰਗਸ ਨਾਲ ਇੰਡੀਅਨ ਲਾਜ਼ ਟੁੱਟ ਰਹੇ ਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ। ਮੈਂ ਰਤਨਦੀਪ ਸਿੰਘ ਢਾਲੀਵਾਲ। ਸੰਘਰਸ਼ ਹਮੇਸ਼ਾ ਲੰਬੇ ਚੱਲਦੇ ਹੁੰਦੇ ਆ, ਪਰ ਲੰਬੇ ਸੰਘਰਸ਼ਾਂ ਦੇ ਵਿੱਚ ਹੀ ਕਿਤੇ ਨਾ ਕਿਤੇ ਜਿੱਤ ਲੁਕੀ ਬੈਠੀ ਹੁੰਦੀ ਹੈ, ਅਤੇ ਉਹ ਜਿੱਤ ਪ੍ਰਾਪਤ ਕਰਨੀ ਹੁੰਦੀ ਆ। ਜੇ ਦਿੱਲੀ ਅੰਦੋਲਨ ਦੀ ਅਸੀਂ ਗੱਲ ਕਰਦੇ ਹਾਂ, ਦਿੱਲੀ ਅੰਦੋਲਨ ਪੂਰੇ 6 ਮਹੀਨੇ ਹੋ ਚੁੱਕੇ ਨੇ। 3 ਮਹੀਨੇ ਦਿੱਲੀ ਅਤੇ 3 ਮਹੀਨੇ ਪੰਜਾਬ, ਅਤੇ ਪੰਜਾਬ ਦੇ ਵਿੱਚ 150 ਦਿਨ ਪੂਰਾ, ਅਤੇ ਦਿੱਲੀ ਦੇ ਵਿੱਚ 90 ਦਿਨ ਪੂਰੇ। ਦਿੱਲੀ ਦੇ ਨਾਲ ਮੱਥਾ ਲੱਗਿਆ ਹੋਇਆ ਕਈ ਲੋਕ ਕਹਿੰਦੇ ਆ, ਅਤੇ ਕਈ ਲੋਕ ਕਹਿੰਦੇ ਆ ਸਰਕਾਰ ਦੇ ਨਾਲ ਮੱਥਾ ਲੱਗਿਆ ਹੋਇਆ। ਲੋਕਾਂ ਨੂੰ ਸਮਝਣਾ ਪੈਣਾ ਗਾ ਹਰ ਇੱਕ ਗੱਲ ਨੂੰ, ਵੀ ਅਸਲ ਦੇ ਵਿੱਚ ਅਸਲ ਕਹਾਣੀ ਹੈ ਕੀ ਆ। ਸਟੇਜਾਂ ਦੇ ਉੱਤੋਂ ਸਹੀ ਚੀਜ਼ ਪ੍ਰਚਾਰੀ ਜਾਣੀ ਚਾਹੀਦੀ ਆ, ਪਰ ਇੱਕ ਪਾਸੇ ਰੌਲਾ ਚੱਲ ਰਿਹਾ ਗਾ, ਜੇ ਆਪਾਂ ਕਹਿ ਦਈਏ ਨੌਜਵਾਨਾਂ ਨੂੰ ਲੈ ਕੇ ਅਤੇ ਜਥੇਬੰਦੀਆਂ ਨੂੰ ਲੈ ਕੇ, ਇਹਦਾ ਵੀ ਬੜਾ ਭੰਬਲ ਭੂਸਾ ਪਿਆ ਹੋਇਆ ਗਾ। ਸਾਡੇ ਨਾਲ ਅੱਜ ਮੌਜੂਦ ਰਹਿਣਗੇ ਗੁਰਪ੍ਰੀਤ ਆਰਟਿਸਟ। ਇਸ ਮੁਲਾਕਾਤ ਦੇ ਵਿੱਚ ਮੁਲਾਕਾਤ ਦਾ ਮਕਸਦ ਇਹ ਆ ਵੀ ਜਿਹੜੇ ਲੋਕਾਂ ਦੇ ਦਿਲਾਂ ਦੇ ਵਿੱਚ ਸ਼ੰਕੇ ਆ ਉਹ ਦੂਰ ਹੋਣ, ਅਤੇ ਆਉਣ ਵਾਲੇ ਟਾਈਮ ਦੇ ਵਿੱਚ ਕੀ ਹੋਣਾ ਚਾਹੀਦਾ ਗਾ, ਕਿਹੋ ਜਿਹੀਆਂ ਰੋਡ ਮੈਪ ਹੋਣੇ ਚਾਹੀਦੀ ਆ, ਕਿਹੋ ਜਿਹੀਆਂ ਸੰਭਾਵਨਾਵਾਂ ਬਣ ਸਕਦੀਆਂ। ਗੁਰਪ੍ਰੀਤ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ, ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਪਹਿਲਾਂ ਤਾਂ ਮੈਂ ਤੁਹਾਨੂੰ ਮੁਬਾਰਕਬਾਦ ਦਊਂਗਾ, ਤੁਹਾਡੀਆਂ ਪੇਂਟਿੰਗਸ ਜਿਹੜੀਆਂ ਆ ਰਹੀਆਂ ਗੀਆਂ ਇੱਕ ਸੰਘਰਸ਼ ਦਾ ਹਿੱਸਾ ਗਾ, ਅਤੇ ਬਹੁਤ ਸਾਰੇ ਲੋਕਾਂ ਨੂੰ ਨਾਲ ਜੋੜ ਰਹੀਆਂ। ਜੀ ਜੀ, ਸ਼ੁਕਰੀਆ। ਫਰਜ਼ ਹੈ ਹਰੇਕ ਬੰਦੇ ਦਾ, ਮੈਨੂੰ ਲੱਗਦਾ ਕੋਈ ਵੀ ਭਾਵੇਂ ਕਲਾਕਾਰ ਹੈ, ਲੇਖਕ ਹੈ, ਜੇ ਉਹ ਅੱਜ ਦੇ ਦੌਰ 'ਚ ਨਹੀਂ ਬੋਲਦਾ ਤਾਂ ਫਿਰ ਉਹ ਗੂੰਗਾ ਹੀ ਚੰਗਾ ਜੀ। ਜੀ ਜਿਵੇਂ ਜੀ ਮੈਂ ਭੂਮਿਕਾ ਦੇ ਵਿੱਚ ਕਿਹਾ ਵੀ ਬਹੁਤੇ ਲੋਕਾਂ ਨੂੰ ਇਹ ਲੱਗਦਾ ਗਾ ਵੀ ਦਿੱਲੀ ਸ਼ਬਦ ਜਦੋਂ ਆਪਾਂ ਕਹਿਣੇ ਆ, ਅਤੇ ਬਹੁਤੇ ਲੋਕਾਂ ਨੂੰ ਸਰਕਾਰ ਵਾਲੀ ਗੱਲ ਦੇ ਨਾਲ ਲੱਗਦਾ। ਕਈ ਲੋਕ ਹਜੇ ਤੱਕ ਵੀ ਇਹ ਚੀਜ਼ ਦਾ ਮਤਲਬ ਅਸਲੀ ਸਮਝ ਨਹੀਂ ਪਾਏ ਵੀ ਸਾਡੀ ਟੱਕਰ ਕਿਹਦੇ ਨਾਲ ਆ, ਜਾਂ ਖਾਸ ਤੌਰ ਦੇ ਉੱਤੇ ਜੇ ਅਸੀਂ ਪੰਜਾਬ ਹਰਿਆਣੇ ਤੋਂ ਬਾਹਰ ਨਿਕਲਦੇ ਹਾਂ, ਜੇ ਯੂਪੀ ਤੋਂ ਵੀ ਬਾਹਰ ਨਿਕਲਦੇ ਹਾਂ, ਜਿਹੜੀਆਂ ਹੋਰ ਸਟੇਟਾਂ ਆਈਆਂ, ਜਿਵੇਂ ਆਪਾਂ ਉੜੀਸਾ ਦੀ ਗੱਲ ਕਰ ਲਈਏ, ਮੱਧ ਪ੍ਰਦੇਸ਼ ਦੀ ਗੱਲ ਕਰ ਲਈਏ, ਕਰਨਾਟਕਾ ਦੀ ਗੱਲ ਕਰ ਲਈਏ, ਵੈਸਟ ਬੰਗਾਲ ਦੀ ਗੱਲ ਕਰ ਲਈਏ, ਕੀ ਤੁਹਾਨੂੰ ਲੱਗਦਾ ਵੀ ਲੋਕਾਂ ਨੂੰ ਪਤਾ ਲੱਗ ਚੁੱਕਿਆ ਹੈਗਾ ਵੀ ਜਿਹੜੇ ਲੋਕ ਦਿੱਲੀ ਬੈਠੇ ਨੇ ਉਹ ਕਿਉਂ ਬੈਠੇ ਨੇ, ਕਿਹਦੇ ਕਰਕੇ ਬੈਠੇ ਨੇ, ਉਹਨਾਂ ਦੇ ਅਗੇਂਸਟ ਕੌਣ ਆ, ਅਤੇ ਕਿਹੜਾ ਇਹ ਦਿੱਲੀ ਸ਼ਬਦ ਨੂੰ ਇੱਦਾਂ ਪ੍ਰਚਾਰਿਆ ਜਾ ਰਿਹਾ? ਤੁਹਾਨੂੰ ਲੱਗਦਾ ਨਹੀਂ ਵੀ ਸਰਕਾਰ ਦੇ ਖਿਲਾਫ ਜ਼ਰੂਰ ਆ, ਜਾਂ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਜ਼ਰੂਰ ਆ ਅੰਦੋਲਨ, ਵੀ ਇਹ ਚੀਜ਼ ਇੱਦਾਂ ਨਹੀਂ ਹੋਣੀ ਚਾਹੀਦੀ ਸੀ ਜਿਵੇਂ ਚਲੀ ਗਈ? ਹਾਂਜੀ, ਠੀਕ ਹੈ ਤੁਹਾਡੀ ਗੱਲ। ਇਹਦੇ ਕਈ ਇਤਿਹਾਸਕ ਅਤੇ ਸਮਾਜਿਕ ਕਾਰਨ ਹੈ ਜੀ। ਸਾਡੇ ਖਾਸ ਤੌਰ 'ਤੇ ਪੰਜਾਬ ਵਾਲਿਆਂ ਦੇ ਜ਼ਿਹਨ ਦੇ ਵਿੱਚ ਜਿਹੜੀ ਦਿੱਲੀ ਸ਼ਬਦ ਹੈ ਜਿਹੜਾ, ਉਹ ਇੱਕ ਦੁਸ਼ਮਣ ਦੀ ਤਰ੍ਹਾਂ ਬੈਠਿਆ ਹੋਇਆ, ਕਿਉਂਕਿ ਅਸੀਂ ਦਿੱਲੀ ਦੇ ਵਿੱਚ ਹੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਵੇਖੀ ਹੈ। ਅਸੀਂ ਸਾਡੇ ਗੁਰੂਆਂ ਨੂੰ ਦਿੱਲੀ ਦੀ ਸਰਕਾਰ ਨਾਲ ਆਡਾ ਲੈਂਦੇ ਵੇਖਿਆ, ਪਰ ਉਦੋਂ ਅਸਲ ਦੇ ਵਿੱਚ ਇਹ ਸੀ ਕਿ ਦਿੱਲੀ ਇੱਕ ਵੱਖਰੇ ਖਿੱਤੇ ਦਾ ਸੈਂਟਰ ਸੀ, ਅਤੇ ਪੰਜਾਬ ਉਸ ਖਿੱਤੇ ਦਾ ਹਿੱਸਾ ਨਹੀਂ ਸੀ। ਠੀਕ ਹੈ ਜੀ। ਅਤੇ ਕਦੇ ਪੰਜਾਬ ਉਹਨਾਂ ਦੇ ਅੰਡਰ ਆਇਆ, ਕਦੇ ਨਹੀਂ ਆਇਆ, ਕਦੇ ਆਜ਼ਾਦ ਕਿਸੇ ਅਫਗਾਨਾਂ ਦੇ ਅੰਡਰ ਰਿਹਾ, ਕਦੇ, ਅਤੇ ਸਾਡਾ ਉਹੀ ਉਹਨਾਂ ਨਾਲ ਇੱਕ ਤਰ੍ਹਾਂ ਦਾ ਇੱਕ ਆਪਣੇਪਣ ਵਾਲਾ ਰਿਲੇਸ਼ਨ ਨਹੀਂ ਸਿਰਜਿਆ ਜਾ ਸਕਿਆ ਦਿੱਲੀ ਨਾਲ ਪਹਿਲਾਂ ਸਾਡੇ ਇਤਿਹਾਸਕ ਤੌਰ 'ਤੇ। ਫਿਰ ਜਦੋਂ ਅਸੀਂ ਪੰਜਾਬ ਆਜ਼ਾਦ ਹੁੰਦਾ ਲਾ ਲਓ, ਜਾਂ ਪੰਜਾਬ ਦੇ ਵਿੱਚ ਖੁਦ ਮੁਖਤਿਆਰੀ ਆਉਂਦੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ 'ਤੇ ਪਹਿਲੀ ਵਾਰ, ਜਦਕਿ ਸਿੱਖਾਂ ਦੀ ਗਿਣਤੀ ਉਸ ਸਮੇਂ ਪੰਜਾਬ 'ਚ ਬਹੁਤ ਥੋੜ੍ਹੀ ਸੀਗੀ, ਐਵੇਂ 2-4% ਸੀ ਉਦੋਂ ਪਹਿਲਾਂ, ਤਾਂ ਫਿਰ 15%। ਤਾਂ ਉਦੋਂ ਸਾਡਾ ਇੱਕ ਵੱਖਰਾ ਮੁਲਕ ਸੀ ਰਹਿਣ ਦਾ, ਤਾਂ ਉਦੋਂ ਵੀ ਸਾਡੀ ਇੱਕ ਤਰ੍ਹਾਂ ਨਾਲ ਸਾਂਝ ਓਨੀ ਨਹੀਂ ਪਈ।
ਹਿੰਦੁਸਤਾਨ ਆਜ਼ਾਦ ਹੁੰਦਾ ਜੀ ਉਦੋਂ ਤੋਂ ਲੈ ਕੇ ਲਗਾਤਾਰ ਅਸੀਂ ਵੱਖ-ਵੱਖ ਸੰਘਰਸ਼ ਦੇਖੇ, ਜੀ ਭਾਵੇਂ ਫਿਰ ਸਾਡੇ ਸਾਹਮਣੇ ਹੀ ਸਾਡੇ ਪੰਜਾਬ ਦੀ ਦੁਬਾਰਾ ਫਿਰ ਮੁੜ ਵੰਡ ਹੋਈ, ਉਹਦੇ ਵੀ ਰਾਜਨੀਤਿਕ ਕਾਰਨ ਰਹੇ ਕਈ ਸਾਰੇ। ਫਿਰ SYL ਦਾ ਰੌਲਾ ਉੱਠਦਾ, ਉਦੋਂ ਪਹਿਲਾਂ ਨਕਸਲਵਾੜੀ ਲਹਿਰ ਉੱਠਦੀ ਹੈ, ਫਿਰ ਖਾਲਿਸਤਾਨੀ ਮੂਵਮੈਂਟ ਸ਼ੁਰੂ ਹੁੰਦੀ ਹੈ। ਉਹ ਸਾਰੇ ਕਾਸੇ 'ਚ ਦਿੱਲੀ ਦਾ ਇੱਕ ਨੈਗੇਟਿਵ ਰੋਲ ਰਹਿੰਦਾ, ਖਾਸ ਤੌਰ 'ਤੇ ਅਸੀਂ 84 ਜਦੋਂ ਦੇਖਦੇ 1984 ਦੇ ਜਿਹੜੇ ਸਿੱਖ ਵਿਰੋਧੀ ਕਤਲੇਆਮ ਹੈ ਜਿਹੜਾ, ਉਸ ਸਾਰੇ ਕਾਸੇ 'ਚ ਸਾਡੀ ਇੱਕ ਇਮੇਜ ਇਹੋ ਜਿਹੀ ਬਣ ਗਈ ਕਿ ਹੁਣ ਸਾਡਾ ਪੰਗਾ ਤਾਂ ਹੋਰ ਲੋਕਾਂ ਨਾਲ ਹੈ, ਪਰ ਅਸੀਂ ਸ਼ਬਦ ਸਾਰੇ ਕਿਤੇ ਦਿੱਲੀ ਵਰਤ ਰਹੇ ਹਾਂ। ਸਾਡਾ ਪੰਗਾ ਹੁਣ ਦਿੱਲੀ ਨਾਲ ਨਹੀਂ ਹੈਗਾ, ਦਰਅਸਲ ਸਾਡਾ ਪੰਗਾ ਬਹੁਤ ਵੱਡੀ ਤਾਕਤ ਨਾਲ ਉਦੋਂ, ਔਰ ਸਿਰਫ ਪੰਜਾਬ ਦਾ ਪੰਗਾ ਨਹੀਂ, ਹੁਣ ਇੱਕ ਵੱਡੇ ਲੈਵਲ ਦਾ ਮਤਲਬ ਗੱਲ ਹੋ ਚੁੱਕੀ ਹੈ। ਅਸੀਂ ਇੱਕ ਨਾ ਕਾਮਰੇਡ ਹੈ ਜਿਹੜੇ, ਉਹਨਾਂ 'ਚ ਪੁਰਾਣੇ ਕਿਸਮ ਦੇ ਸ਼ਬਦ ਆ ਜਿਹੜੇ ਸਮਝ ਨਹੀਂ ਆਉਂਦੇ, ਬੁਰਜੁਆਜ਼ੀ, ਪ੍ਰੋਲੇਤਾਰੀ। ਮੈਂ ਉਹਦੇ ਸਿੱਧੇ ਸਿੱਧੇ ਸਪਸ਼ਟ ਠੇਠ ਲਫ਼ਜ਼ ਵਰਤਦਾ ਹੁੰਦਾ ਕਿ ਭੁੱਖੇ ਨੰਗੇ ਲੋਕ, ਰੱਜੇ ਪੁੱਜੇ ਲੋਕ, ਖਾਂਦੇ ਪੀਂਦੇ ਲੋਕ, ਇਹ ਤਿੰਨ ਵਰਗ ਹੈਗੇ ਹੈ ਨਾ। ਤਾਂ ਇਹ ਭੁੱਖੇ ਨੰਗੇ ਲੋਕਾਂ ਦਾ ਰੱਜੇ ਪੁੱਜੇ ਲੋਕਾਂ ਨਾਲ ਮੁਕਾਬਲਾ ਹੈ, ਅਤੇ ਉਹ ਰੱਜੇ ਪੁੱਜੇ ਲੋਕਾਂ ਦਾ ਕੋਈ ਇੱਕ ਸਥਾਨ ਨਹੀਂ ਹੈਗਾ। ਦਿੱਲੀ ਜਾਂ ਗੁਜਰਾਤ ਉਹਨਾਂ ਲੋਕਾਂ ਦਾ ਸਥਾਨ ਸਿਰਫ ਨਹੀਂ ਹੈਗਾ, ਉਹ ਸਥਾਨ ਤੋਂ ਮਤਲਬ ਉੱਤੇ ਦੇ ਲੋਕ ਨੇ, ਉਹ ਵਰਲਡ ਬੈਂਕ ਨੂੰ ਚਲਾ ਰਹੇ ਲੋਕ ਨੇ, ਹੈ ਨਾ। ਉਹਨਾਂ ਦੇ ਪਾਰਟੀ ਨੇ ਜਿਹੜੇ ਸਾਡੇ ਹਿੰਦੁਸਤਾਨ ਦੇ ਵੀ ਅਮੀਰ ਲੋਕ ਨੇ, ਅੰਬਾਨੀ ਅਡਾਨੀ ਵਰਗੇ, ਸਾਰੇ ਉਹਨਾਂ ਦਾ ਪਾਰਟ ਹੈਗੇ। ਸਾਡਾ ਸਿੱਧਾ ਪੰਗਾ ਉਹਨਾਂ ਨਾਲ ਹੈ, ਸਰਕਾਰ ਸਿਰਫ ਉਹਨਾਂ ਦਾ ਮੋਹਰ ਹੈਗੀ। ਇਸ ਤਰ੍ਹਾਂ ਸਾਡਾ ਪੰਗਾ ਸਰਕਾਰ ਨਾਲ ਹੀ ਹੈ, ਕਿਉਂਕਿ ਸਰਕਾਰ ਦਾ ਕੇਂਦਰ ਦਿੱਲੀ ਹੈ, ਇਸ ਕਰਕੇ ਦਿੱਲੀ ਸਾਡਾ ਜਾਣਾ ਬਣ ਗਿਆ ਕਿ ਅਸੀਂ ਦਿੱਲੀ ਨੂੰ ਘੇਰਨਾ। ਜੇ ਸਰਕਾਰ ਦਾ ਕੇਂਦਰ ਚਲਾਉਣ ਦਾ, ਸੱਤਾ ਚਲਾਉਣ ਦਾ ਕੇਂਦਰ ਬੰਬਈ ਹੁੰਦਾ ਤਾਂ ਸ਼ਾਇਦ ਅਸੀਂ ਬੰਬਈ ਵੱਲ ਨੂੰ ਜਾਂਦੇ। ਇਸ ਤਰ੍ਹਾਂ ਸਾਡਾ ਪੰਗਾ ਅਸਲ 'ਚ ਦਿੱਲੀ ਨਾਲ ਨਹੀਂ ਹੈ। ਪਹਿਲੀ ਗੱਲ ਤਾਂ ਸਾਡਾ ਪੰਗਾ ਇਕੱਲੀ ਸਰਕਾਰ ਨਾਲ ਵੀ ਨਹੀਂ ਹੈਗਾ, ਸਰਕਾਰ ਦੇ ਮਗਰਲੀਆਂ ਜਿਹੜੀਆਂ ਤਾਕਤਾਂ, ਸਾਡਾ ਪੰਗਾ ਉਹਦੇ ਨਾਲ ਹੈ। ਸਾਨੂੰ ਗੱਲ ਕਲੀਅਰ ਕਰ ਲੈਣੀ ਚਾਹੀਦੀ ਹੈ। ਤੇ ਫਿਰ ਗੁਰਪ੍ਰੀਤ ਜੀ, ਇਹ ਜਿਹੜਾ ਪੰਗਾ ਗਾ ਇਹ ਲੋਟ ਆਊਗਾ, ਹੋਊਗਾ ਲੋਟ ਕਿਵੇਂ ਨਾ ਕਿਵੇਂ? ਜਿਹੜੀ ਇਹ ਉਲਝਣ ਤਾਣੀ ਪਈ ਹੋਈ ਹੈ ਨਿਕਲੂਗੀ? ਇੰਨੀ ਸੌਖੀ ਨਹੀਂ ਜਿੰਨੀ ਸੌਖੀ ਅਸੀਂ ਸਮਝੀ ਬੈਠੇ ਹਾਂ। ਮੰਨ ਲਓ ਇਹ ਤਿੰਨੇ ਕਾਨੂੰਨ ਰਿਪੀਲ ਵੀ ਹੋ ਜਾਣ, ਤਿੰਨੇ ਕਾਨੂੰਨ ਵਾਪਸ ਵੀ ਹੋ ਜਾਣ, ਤਾਂ ਵੀ ਉਲਝਣ ਇੱਦਾਂ ਨਹੀਂ ਸੁਲਝਣ ਵਾਲੀ। ਕਿਉਂਕਿ ਇਹ ਇਸ ਨਾਲ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ, ਇਹਦੇ ਬਹੁਤ ਸਾਰੇ ਪੋਜ਼ੀਟਿਵ ਰਿਜ਼ਲਟ ਮਿਲੇ ਆ ਜਿਹੜੇ ਕਿ ਇਸ ਅੰਦੋਲਨ ਤੋਂ ਬਿਨਾਂ ਮਿਲਣੇ ਨਹੀਂ ਸੀ। ਜਿਵੇਂ ਇੰਨੇ ਲੋਕਾਂ ਦਾ ਲਾਮਬੰਦ ਹੋਣਾ, ਸਾਡੀ ਜਵਾਨੀ ਦਾ ਬਿਲਕੁਲ ਇੱਕ ਵੱਖਰੀ ਕਿਸਮ ਦੇ ਰੁਝਾਨ ਜਿਹੜੇ ਸੀਗੇ, ਉਹਨਾਂ ਦੇ ਗੀਤ ਜਿਹੜੇ ਉਹ ਸੁਣ ਰਹੇ ਸੀ, ਜਾਂ ਜਿਸ ਤਰ੍ਹਾਂ ਦਾ ਕਲਚਰ ਉਹ ਫੋਲੋ ਕਰ ਰਹੇ ਸੀ, ਉਹ ਸਾਰਾ ਕੁਝ ਛੱਡ ਕੇ ਉਹ ਆਪਦੀ ਰੀਅਲ ਸੈਲਫ ਦੇ ਵਿੱਚ ਜੋ ਪੰਜਾਬੀਆਂ ਨੂੰ ਹੋਣਾ ਬਣਦਾ ਉਸ ਰੂਪ 'ਚ ਆ ਗਏ, ਹੈ ਨਾ। ਅਸੀਂ ਦੇਖੋ ਕਿ ਪੰਜਾਬ 'ਚ ਤਾਂ ਚਲੋ ਐਡਾ ਆਧਾਰ ਸਿਰਜਿਆ ਵੀ ਨਹੀਂ ਸੀ ਗਿਆ ਕਦੇ ਭਾਜਪਾ ਦਾ, ਇੱਕ ਵੱਖਵਾਦੀ ਪਾਰਟੀ, ਪਰ ਯੂਪੀ ਦੇ ਵਿੱਚ ਪਿੰਡਾਂ 'ਚ ਬੋਰਡ ਲੱਗ ਜਾਣ ਕਿ ਇੱਥੇ ਭਾਜਪਾ ਵਾਲਿਆਂ ਦਾ ਆਉਣਾ ਮਨ੍ਹਾ, ਇਹ ਅੰਦੋਲਨ ਦੀ ਕਾਮਯਾਬੀ ਹੈ। ਇਹ ਮੈਂ ਕਿਸੇ ਇੱਕ ਅੰਦੋਲਨ ਨੂੰ ਲੀਡ ਕਰ ਰਹੀ ਹਾਂ, ਕਿਸੇ ਇੱਕ ਯੂਨੀਅਨ ਦੀ ਕਾਮਯਾਬੀ ਨਹੀਂ ਕਹਿ ਰਿਹਾ, ਅੰਦੋਲਨ ਦੀ ਕਾਮਯਾਬੀ ਕਹਿ ਰਿਹਾ। ਸਾਰੇ ਲੋਕਾਂ ਦਾ ਇਹ ਅੰਦੋਲਨ ਹੈ। ਅਤੇ ਇਸ ਤੋਂ ਬਿਨਾਂ ਜਿਹੜਾ ਭਾਈਚਾਰਕ ਸਾਂਝ ਹਰਿਆਣੇ ਅਤੇ ਪੰਜਾਬ ਦੀ, ਹੈ ਨਾ, ਉਹ ਬਹੁਤ ਵੱਡੀ ਗੱਲ ਆ। ਉਹ ਸਿਰਜੀ ਨਹੀਂ ਸੀ ਜਾ ਸਕਦੀ ਇੱਦਾਂ। ਮੈਂ ਜਦੋਂ ਉੱਥੇ ਟਿਕਰੀ ਬਾਰਡਰ 'ਤੇ ਸੀਗਾ, ਅਤੇ ਉੱਥੇ ਮੈਂ ਹਰਿਆਣੇ ਵਾਲਿਆਂ ਦਾ ਸਿਸਟਮ ਦੇਖਿਆ ਕਿ ਉਹ ਕਿਵੇਂ ਅੰਦੋਲਨ ਨੂੰ ਚਲਾ ਰਹੇ ਆ। ਉਹ ਕਿਤੇ ਵੀ ਸ਼ੋਅ ਆਫ ਨਹੀਂ ਕਰਦੇ ਅੱਗੇ ਆ ਕੇ ਕਿ ਅਸੀਂ ਕਰ ਰਹੇ ਹਾਂ, ਪਰ ਉਹ ਕਰ ਬਹੁਤ ਕੁਛ ਰਹੇ ਆ। ਸਵੇਰੀ ਟਰਾਲੀਆਂ ਉਹਨਾਂ ਦੀਆਂ ਆਪਣੀਆਂ, ਜਿੱਥੇ ਟਰਾਲੀਆਂ ਖੜੀਆਂ, ਜ਼ਿਆਦਾਤਰ ਅੰਦੋਲਨ ਨੂੰ ਜਿਹੜਾ ਮੀਡੀਆ ਉਹ ਫਰੰਟ ਵਾਲੇ ਹਿੱਸੇ ਨੂੰ ਹੀ ਕਵਰ ਕਰਦਾ, ਜਿਹੜਾ ਅੰਦੋਲਨ ਦੀ ਬੈਕ ਹੈ ਉਹਨੂੰ ਕਵਰ ਨਹੀਂ ਕੀਤਾ ਜਾਂਦਾ ਕਿਤੇ ਇੰਨੇ ਚੰਗੀ ਤਰ੍ਹਾਂ। ਉਹ ਪਿਛਲੇ ਪਾਸੇ ਤਾਂ ਹੀ ਕਰਕੇ ਮੈਂ ਰਹਿ ਕੇ ਦੇਖ ਰਿਹਾ ਸੀ ਕਿ ਪਿਛਲੇ ਪਾਸੇ ਅੰਦੋਲਨ ਕਿਵੇਂ ਲੱਗਦਾ। ਤਾਂ ਉਹ ਜਿੰਨੀਆਂ ਟਰਾਲੀਆਂ ਆਪਦਾ ਲੰਗਰ ਵੀ ਪਕਾਉਂਦੇ ਆ, ਉੱਥੇ ਜ਼ਿਆਦਾ ਮਾਲਵੇ ਵਾਲੇ ਪਿੰਡਾਂ ਦੀਆਂ ਟਰਾਲੀਆਂ, ਉੱਥੇ ਹਰਿਆਣੇ ਵਾਲੀ ਟਰਾਲੀ ਸਵੇਰੇ ਆ ਜਾਂਦੀ ਹੈ, ਇੱਕ ਉਹ ਸਬਜ਼ੀਆਂ ਦੀ ਭਰੀ ਹੋਈ ਹੈ, ਸਬਜ਼ੀਆਂ ਵੰਡ ਰਹੀ ਹੈ। ਇੱਕ ਟਰਾਲੀ ਦੁੱਧ ਵਾਲੀ ਆ ਗਈ, ਉਹਨੇ ਦੁੱਧ ਦੀਆਂ ਸਿੰਟੈਕਸ ਵਾਲੀਆਂ ਟੈਂਕੀਆਂ ਰੱਖੀਆਂ, ਕੋਈ ਲੱਸੀ ਰੱਖੀ ਹੋਈ ਹੈ ਕਿਸੇ ਨੇ ਟੈਂਕੀਆਂ 'ਚ ਭਰ ਕੇ, ਉਹ ਸਾਰੀਆਂ ਟਰਾਲੀਆਂ ਨੂੰ ਇੱਕ ਸਾਈਡ ਤੋਂ ਪਾਉਣਾ ਸ਼ੁਰੂ ਕਰ। ਇਹ ਜਿਹੜੇ ਭਾਈਚਾਰਕ ਸਾਂਝ ਹੈ,
ਤੇ ਉਹਦੇ ਬਾਵਜੂਦ ਉਹ ਕਿਤੇ ਜਤਾਉਂਦੇ ਨਹੀਂ, ਬਲਕਿ ਉਹ ਕਹਿੰਦੇ ਵੀ ਸਾਡਾ ਭਾਈ ਵੱਡਾ ਭਰਾ ਆਇਆ ਸੀ ਤਾਂ ਸੇਵਾ ਕਰਨੀ ਸੀ। ਹੁਣ ਉਹ ਇਹ ਵੀ ਕਹਿੰਦੇ ਕਿ SCYL ਦਾ ਸਾਡਾ ਕੋਈ ਆਪਸ 'ਚ ਮੁੱਦਾ ਨਹੀਂ, ਤੁਸੀਂ ਸਾਡਾ ਸਮਝਾ ਦਿਓ। ਉਹ ਤਾਂ ਇਹ ਵੀ ਡਿਮਾਂਡ ਹਰਿਆਣੇ ਵਾਲੇ ਖਾਸ ਤੌਰ ਤੇ ਰੱਖ ਰਹੇ ਆ ਕਿ ਅਸੀਂ ਤਾਂ ਕਹਿੰਦੇ ਬਾਰਡਰ ਚੱਕ ਦਿਓ, ਅਸੀਂ ਦੁਬਾਰਾ ਇੱਕ ਪੰਜਾਬ ਬਣਾ ਦਿਓ ਸਾਡਾ। ਇਹ ਅੰਦੋਲਨ ਦੀ ਕਾਮਯਾਬੀ ਹੈ। ਜਿਹੜੇ ਤੁਸੀਂ ਹੱਲ ਹੋਣ ਦੀ ਕਹਿ ਰਹੇ ਹੋ, ਉਹ ਹੱਲ ਇੱਦਾਂ ਨਹੀਂ ਹੋਣਾ ਮੇਰੇ ਮੁਤਾਬਕ। ਹਜੇ ਜੇ ਸਰਕਾਰ ਝੁਕੂਗੀ ਵੀ, ਕਿਉਂਕਿ ਸਰਕਾਰ ਬਹੁਤ ਪ੍ਰੈਸ਼ਰ 'ਚ ਹੈ, ਸਰਕਾਰ ਝੁਕੂਗੀ, ਪਰ ਇੱਦਾਂ ਨਹੀਂ ਕਿ ਉਹ ਵੀ ਅਸੀਂ ਕਾਨੂੰਨ ਵਾਪਸ ਲੈਣ। ਉਹ ਸਿੱਧੇ ਢੰਗ ਨਾਲ ਝੁਕ ਸਕਦੀ ਹੈ, ਜਿਵੇਂ ਸੁਪਰੀਮ ਕੋਰਟ ਦੇ ਥਰੂ ਕਰਵਾ ਸਕਦੀ ਹੈ ਕੋਈ ਨਾ ਕੋਈ ਅਰੇਂਜਮੈਂਟ। ਅਤੇ ਉਹ ਦੋ ਤਰੀਕਿਆਂ ਨਾਲ ਝੁਕ ਸਕਦੀ ਹੈ ਸਰਕਾਰ। ਇੱਕ ਤਾਂ ਜਿਹਨਾਂ ਨੂੰ ਪੋਲੀਟੀਕਲ ਲਾਸ ਹੁੰਦਾ, ਜੇ ਇੱਕ ਇੰਟਰਨੈਸ਼ਨਲ ਪ੍ਰੈਸ਼ਰ ਬਣਦਾ। ਇਹ ਦੋ ਹੀ ਤਰੀਕੇ ਆ। ਇੰਟਰਨੈਸ਼ਨਲ ਪ੍ਰੈਸ਼ਰ ਵੀ ਅਸੀਂ ਕ੍ਰੀਏਟ ਕਰ ਸਕਦੇ ਹਾਂ, ਕਿਉਂਕਿ ਸਾਡੇ NRI ਵੀਰ ਬਹੁਤ ਬਾਹਰ ਪੋਲੀਟੀਕਲੀ ਅਤੇ ਇਕਨੋਮਿਕਲੀ ਬਹੁਤ ਸਾਊਂਡ ਲੋਕ ਬੈਠੇ ਆ। ਉਹ ਇੰਟਰਨੈਸ਼ਨਲ ਪ੍ਰੈਸ਼ਰ ਕ੍ਰੀਏਟ ਕਰ ਸਕਦੇ ਆ। ਹੁਣ UNO ਦੇ ਵਿੱਚ ਵੀ ਰਿਟਸ ਪੈ ਰਹੀਆਂ। ਸਾਡੇ ਕੁਝ ਦੋਸਤ ਉਹਨਾਂ ਨੇ ਵੀ ਇੱਕ ਚੰਗੀ ਮੂਵਮੈਂਟ ਖੜੀ ਕੀਤੀ ਹੋਈ ਹੈ ਬਾਹਰ। ਪੋਲੀਟੀਕਲ ਲਾਸ ਹੋ ਰਿਹਾ ਇਹਨਾਂ ਦਾ, ਉਹ ਹੋ ਰਿਹਾ ਜਿਵੇਂ ਹਰਿਆਣੇ ਦੇ ਵਿੱਚ, ਵੈਸਟਰਨ UP ਦੇ ਵਿੱਚ, ਰਾਜਸਥਾਨ ਦੇ ਵਿੱਚ। ਹੁਣ ਇਹ ਵੇਵ ਹੈ ਜਿਹੜੀ ਇਹ ਬੰਗਾਲ ਅਤੇ ਮੱਧ ਪ੍ਰਦੇਸ਼ ਵੱਲ ਨੂੰ ਤੋਰੀ ਜਾ ਰਹੀ ਹੈ। ਅਤੇ ਕਿਸਾਨ ਯੂਨੀਅਨਾਂ ਨੂੰ ਵੀ ਥੋੜ੍ਹਾ ਹੋਰ ਸੁਚੇਤ ਹੋ ਕੇ ਇਸ ਅੰਦੋਲਨ ਨੂੰ ਹੋਰ ਪਕੜ ਮਜ਼ਬੂਤ ਕਰਨ ਦੀ ਲੋੜ ਹੈ। ਹੋਰ ਕ੍ਰੀਏਟਿਵ, ਪੋਲੀਟੀਕਲੀ ਵੈਲ ਥਾਟ ਹੋਰ ਢੰਗ ਅਪਣਾਉਣ ਦੀ ਲੋੜ ਹੈ। ਤੁਸੀਂ ਨੌਜਵਾਨ ਵਾਲੇ ਪੱਖ ਤੋਂ ਕਿਵੇਂ ਦੇਖਦੇ ਆ ਜੀ? ਖਾਸ ਤੌਰ 'ਤੇ ਆਪਾਂ ਪਿਛਲੇ ਦਿਨਾਂ ਦੀ ਗੱਲ ਕਰਦੇ ਹਾਂ, ਇੱਕ ਮਹਾਰਾਜ ਰੈਲੀ ਹੋਈ ਆ, ਲੱਖਾ ਸਿੰਘ ਸਿਧਾਣਾ ਨੇ ਰੈਲੀ ਕੀਤੀ ਆ। ਸੋਸ਼ਲ ਮੀਡੀਆ ਦੇ ਉੱਤੇ ਇੱਕ ਅਲੱਗ ਚੀਜ਼ ਚੱਲ ਰਹੀ ਆ। ਫਿਰ ਸਟੇਜ ਦੇ ਉੱਤੋਂ 27 ਤਰੀਕ ਨੂੰ ਵੀ ਇੱਕ ਬਿਆਨਬਾਜ਼ੀ ਆਉਂਦੀ ਹੈ ਕਿਸਾਨ ਆਗੂਆਂ ਵੱਲੋਂ। ਇਸ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਤੁਹਾਨੂੰ ਲੱਗ ਨਹੀਂ ਰਿਹਾ ਵੀ ਕਿਤੇ ਨਾ ਕਿਤੇ ਜਿਹੜੀਆਂ ਚੀਜ਼ਾਂ ਗੀਆਂ ਉਹ ਦੋ ਫਾੜ ਕਰਨਾ ਚਾਹੁੰਦੀ ਸੀ ਸਰਕਾਰ, ਅਤੇ ਉਹ ਕਰ ਦਿੱਤੀਆਂ ਅਤੇ ਉਹਦੇ 'ਚ ਉਹ ਸਫਲ ਹੋ ਗਏ ਨੇ? ਦੇਖੋ, ਇਹਦੇ 'ਚ ਦੋ ਤਿੰਨ ਤਰ੍ਹਾਂ ਦੀ ਰਾਏ ਹੈ ਮੇਰੀ। ਪਹਿਲੀ ਗੱਲ ਤਾਂ ਜਿਹੜੇ ਨੌਜਵਾਨ, ਆਪਾਂ ਸਿਰਫ ਇੱਕ ਧਿਰ ਦੇ ਬੰਦਿਆਂ ਨੂੰ ਨੌਜਵਾਨ ਨਾ ਸਮਝੀਏ। ਜਿਹੜੇ ਸੰਯੁਕਤ ਮੋਰਚੇ ਦੇ ਸਟੇਜ ਦੇ ਅੱਗੇ ਬੈਠੇ ਉਹ ਵੀ ਨੌਜਵਾਨ ਹੀ ਹੈ, ਹੈ ਨਾ। ਉੱਥੇ ਵੀ ਬਹੁਤ ਨੌਜਵਾਨ ਬੈਠੇ ਆ। ਨੰਬਰ 2, ਜਿਹੜੀ ਗੱਲ ਹੈ 26 ਜਨਵਰੀ ਵਾਲੀ, ਮੇਰੇ ਜਾਣ ਪਛਾਣ ਦੇ ਬਹੁਤ ਸਾਰੇ ਲੋਕ ਵੀ ਲਾਲ ਕਿਲ੍ਹੇ ਦੇ ਅੱਗੇ ਗਏ ਆ, ਅਤੇ ਸਾਰਿਆਂ ਨਾਲ ਲਗਭਗ ਮੇਰੀ ਗੱਲ ਹੋਈ ਹੈ। ਅਤੇ ਉਹ ਕਿਸੇ ਇੱਕ ਬੰਦੇ ਦੇ ਕਹਿਣ 'ਤੇ ਨਹੀਂ ਗਏ। ਉਹਨਾਂ ਨੇ ਆਪ ਮੈਨੂੰ ਦੱਸਿਆ ਕਿ ਸਾਨੂੰ ਤਾਂ ਕਿਸੇ ਬੰਦੇ ਨੇ ਨਹੀਂ ਕਿਹਾ। ਉਹਨਾਂ 'ਚੋਂ ਕਈ ਇਹੋ ਜਿਹੇ ਬੰਦੇ ਸੀ ਜਿਹੜੇ ਕਿ ਸੰਯੁਕਤ ਮੋਰਚੇ ਨਾਲ ਜੁੜੇ ਹੋਏ ਸੀਗੇ, ਅਤੇ ਉਹ ਕਹਿੰਦੇ ਵੀ ਸਾਨੂੰ ਵੀ ਨਹੀਂ ਪਤਾ ਲੱਗਿਆ। ਦਿੱਲੀ ਪਹਿਲੀ ਵਾਰੀ ਅਸੀਂ ਤਾਂ ਐਂਟਰ, ਸਾਨੂੰ ਤਾਂ ਉਦੋਂ ਪਤਾ ਲੱਗਿਆ ਵੀ ਆਪਾਂ ਦਿੱਲੀ ਦੇ ਵਿੱਚ ਇਸ ਰੋਡ 'ਤੇ ਫਿਰ ਰਹੇ ਹਾਂ, ਕਿਉਂਕਿ ਉਹਨਾਂ ਦੇ ਚੱਲ ਨਹੀਂ ਸੀ ਰਹੇ ਨੈੱਟ। ਬਿਨਾਂ ਨੈੱਟ ਤੋਂ ਐਂਟਰੀ ਦਿੱਲੀ 'ਚ ਘੁੰਮਣਾ, ਮੈਂ ਦਿੱਲੀ ਦਾ ਛੋਟਾ ਹੁੰਦਾ ਜਾਂਦਾ, ਮੈਂ ਗਵਾਚ ਜਾਂਦਾ ਦਿੱਲੀ 'ਚ ਜਾ ਕੇ, ਜਦ ਕਿ ਮੈਂ ਦਿੱਲੀ ਬਹੁਤ ਗਾਈ ਹੈ ਦਿੱਲੀ, ਪਰ ਫਿਰ ਵੀ ਮੈਂ ਗਵਾਚ ਜਾਂਦਾ ਦਿੱਲੀ 'ਚ ਬਿਨਾਂ ਨੈੱਟ ਤੋਂ। ਤਾਂ ਉਹ ਸਾਡੇ ਬੰਦੇ ਉੱਧਰ ਬਹੁਤ ਸਾਰੇ ਇਸ ਤਰ੍ਹਾਂ ਵੀ ਗਏ ਆ। ਅਤੇ ਇਹਦਾ ਸਾਰੀ ਗੱਲ ਦਾ ਇਲਜ਼ਾਮ ਇੱਕ ਦੋ ਤਿੰਨ ਨੌਜਵਾਨਾਂ 'ਤੇ ਧਰ ਦੇਣਾ, ਇਹ ਵੀ ਗਲਤ ਹੈ। ਮੈਂ ਕਹਿੰਦਾ ਠੀਕ ਹੈ, ਸੰਯੁਕਤ ਮੋਰਚੇ ਨੇ ਜਿਹੜਾ ਰੂਟ ਦਿੱਤਾ ਸੀ, ਮੈਂ ਵੀ ਸਹਿਮਤ ਹਾਂ ਕਿ ਉਹਦੇ ਨਾਲ ਚੱਲਣਾ ਚਾਹੀਦਾ ਸੀ। ਪਰ ਜੇ ਕੋਈ ਇੱਕ ਵੱਖਰੀ ਵਿਚਾਰਧਾਰਾ ਰੱਖਦਾ ਕਿ ਨਹੀਂ ਅਸੀਂ ਇਸ ਤਰ੍ਹਾਂ ਫਲਾਨੀ ਜਗ੍ਹਾ ਜਾਵਾਂਗੇ, ਜਾਂ ਕੋਈ ਗਲਤੀ ਨਾਲ ਚਲਾ ਗਿਆ, ਤਾਂ ਉਹਨਾਂ ਨੇ ਕੋਈ ਜੁਰਮ ਨਹੀਂ ਕਰਤਾ। ਜੇ ਲੱਖਾ ਸਿਧਾਣਾ ਵੀ ਗਿਆ ਤਾਂ ਉਹਨੇ ਵੀ ਕੋਈ ਜੁਰਮ ਨਹੀਂ ਕੀਤਾ। ਅਤੇ ਨੰਬਰ 2, ਲਾਲ ਕਿਲ੍ਹੇ ਦੇ ਬਾਹਰ ਜਾਣਾ ਇੰਡੀਅਨ ਕਾਨੂੰਨ ਦੇ ਅਕੋਰਡਿੰਗ ਬਿਲਕੁਲ ਵੀ ਗਲਤ ਨਹੀਂ ਹੈਗਾ। ਨੰਬਰ 2, ਜਿਹੜਾ ਉੱਥੇ ਝੰਡਾ ਚਲਾਇਆ ਉਹ ਵੀ ਭਾਰਤੀ ਕਾਨੂੰਨ ਦੇ ਅਕੋਰਡਿੰਗ ਗਲਤ ਨਹੀਂ ਹੈਗਾ। ਉਹ ਖਾਲੀ ਪਏ ਪੋਲ 'ਤੇ ਚਲਾਇਆ, ਉੱਪਰੋਂ ਤਿਰੰਗਾ ਉਤਾਰ ਕੇ ਨਹੀਂ ਚਲਾਇਆ ਕੋਈ। ਉਹਦੇ ਲਈ ਐਡੀਆਂ ਸੰਗੀਨ ਧਾਰਾਵਾਂ ਲਾ ਦੇਣੀਆਂ, ਹੈ ਨਾ। ਕਹਿਣਾ ਇੱਕ ਕੁਐਸਚਨ ਪੇਪਰ ਬੱਚਿਆਂ ਦੇ 'ਚ ਇਹ ਸੈੱਟ ਕਰਨਾ ਕਿ ਪਬਲਿਕ ਪ੍ਰੋਪਰਟੀ ਨੂੰ ਨੁਕਸਾਨ। ਕਿਹੜੀ ਪਬਲਿਕ ਮੈਂ ਤਾਂ ਦੇਖਿਆ ਪੁਲਿਸ ਵਾਲੇ ਮਤਲਬ ਪਬਲਿਕ ਪ੍ਰੋਪਰਟੀ ਨੂੰ ਉੱਥੋਂ ਨੁਕਸਾਨ ਪਹੁੰਚਾ ਰਹੇ ਸੀ, ਡਾਂਗਾਂ ਨਾਲ ਭੰਨ ਰਹੇ ਸੀ ਗੱਡੀਆਂ ਨੂੰ, ਹੈ ਨਾ। ਮਤਲਬ ਇਹ ਕਹਿਣਾ ਹੀ ਗਲਤ ਹੈ। ਹੁਣ ਇਹ ਚਾਹੀਦਾ ਕਿ ਦੋਨੇ ਧਿਰਾਂ ਵੱਲੋਂ ਥੋੜ੍ਹੀ ਸਿਆਣਪ ਅਪਣਾਉਣੀ ਚਾਹੀਦੀ ਹੈ। ਮੈਂ ਦੇਖਿਆ ਉੱਦਣ ਉਸ ਰੈਲੀ 'ਚ ਵੀ ਕੁਛ ਇੱਕ ਬੰਦੇ ਨੇ ਉੱਠ ਕੇ ਨਾਅਰਾ ਲਾਤਾ, ਹੈ ਨਾ, ਗਲਤ ਬਿਆਨ ਦੇਤਾ। ਇੱਧਰੋਂ ਕਿਸਾਨਾਂ ਵਾਲੀ ਸਟੇਜ ਤੋਂ ਵੀ ਕੁਛ ਬਿਆਨ ਬੜੇ ਮੈਨੂੰ ਲੱਗਦਾ ਕਿ ਗਲਤ ਆਏ। ਹੁਣ ਦੋਨੇ ਧਿਰਾਂ ਨੂੰ ਬੜੀ ਇੱਕ ਸਿਆਣਪ ਨਾਲ, ਸੂਝ-ਬੂਝ ਨਾਲ ਏਕਾ ਕਰਨਾ ਚਾਹੀਦਾ। ਖਾਸ ਤੌਰ 'ਤੇ ਜੇ ਮੈਂ ਲੱਖੇ ਸਿਧਾਣੇ ਵੀਰ ਦੀ ਗੱਲ ਕਰਾਂ, ਉਹ ਭਾਵੁਕ ਹੋ ਸਕਦਾ, ਉਹ ਗੁੱਸੇ ਵਾਲਾ ਹੋ ਸਕਦਾ,
ਹੋ ਸਕਦਾ ਜਿਵੇਂ ਕਹਿੰਦੇ ਆ ਕਿ ਉਹ ਪੋਲੀਟੀਕਲ ਗਰਾਊਂਡ ਵੀ ਆਪਦੀ ਤਲਾਸ਼ ਰਿਹਾ ਹੋਵੇ। ਬੜੇ ਲੋਕਾਂ ਦਾ ਇਹ ਵੀ ਸਵਾਲ ਆ ਵੀ ਉਹ ਪੋਲੀਟੀਕਲ ਗਰਾਊਂਡ ਤਲਾਸ਼ ਰਿਹਾ, ਪਰ ਪੋਲੀਟੀਕਲ ਗਰਾਊਂਡ ਕੌਣ ਨਹੀਂ ਤਲਾਸ਼ ਰਿਹਾ? ਹਨਾ, ਜਿਹੜੇ ਉੱਥੇ ਵੀ ਲੋਕ ਬੈਠੇ ਉਹਨਾਂ ਚੋਂ ਕਿੰਨੇ ਲੋਕ ਪੋਲੀਟੀਕਲ ਗਰਾਊਂਡ ਤਲਾਸ਼ਦੇ ਆ? ਕਿੰਨੇ ਉਹਨਾਂ ਚੋਂ ਲੋਕਾਂ ਦੇ ਪੋਲੀਟੀਕਲ ਬੰਦਿਆਂ ਨਾਲ ਸੰਬੰਧ ਵੀ ਹੋਣਗੇ? ਕੋਈ ਉਹ ਐਡੀ ਗਲਤ ਗੱਲ ਨਹੀਂ ਹੈਗੀ। ਤੇ ਮੈਂ ਉਦਣ ਵਾਲਾ ਸਾਰਾ ਰਾਤ ਵਾਲਾ ਵੀ ਲਾਈਵ ਦੇਖਿਆ ਸੀ, ਉਹਨੇ ਮੇਰੇ ਸਾਹਮਣੇ ਭੀੜ ਨੂੰ ਟਿਕਾਉਣ ਦੀ ਕੋਸ਼ਿਸ਼ ਹੀ ਕਰਦਾ। 25 ਵਾਲੀ ਗੱਲ ਕਰਦਾ, 25 ਜਨਵਰੀ ਨੂੰ ਰਾਤ ਨੂੰ ਉਹ ਟਿਕਾਉਣ ਦੀ ਵੀ ਕੋਸ਼ਿਸ਼ ਕਰਦਾ। ਵਿੱਚੋਂ ਉਹ ਕਹਿੰਦਾ ਵੀ ਆ ਵੀ ਕੋਈ ਗੱਲ ਨਹੀਂ ਯਾਰ, ਜਿਵੇਂ ਤੁਸੀਂ ਕਹਿੰਦੇ ਹੋ ਆਪਾਂ ਉਵੇਂ ਹੀ ਚੱਲਾਂਗੇ। ਪਰ ਉਹਦੀ ਇਸ ਕਹਿਣ 'ਚ ਵੀ ਮੈਨੂੰ ਇਹ ਲੱਗ ਰਿਹਾ ਸੀ ਕਿ ਜਿਵੇਂ ਉਹ ਫਿਲਹਾਲ ਰੋਕ ਦੇਣਾ ਚਾਹੁੰਦਾ ਹੋਵੇ ਵੀ ਟਿਕਾ ਦੇਣਾ ਹੈ ਨਾ। ਹੋ ਸਕਦਾ ਉਦੋਂ ਪਹਿਲਾਂ ਉਹ ਥੋੜ੍ਹਾ ਗਰਮੀ 'ਚ ਕਦੇ ਬੋਲਿਆ ਹੋਵੇ ਜਾਂ ਹੋਰ, ਪਰ ਇੰਨਾ ਗਲਤ ਨਹੀਂ ਕਿ ਆਪਾਂ ਉਹਨੂੰ ਗ੍ਰਿਫਤਾਰ ਕਰਨ ਦੀ ਗੱਲ ਕਰ ਦਈਏ ਜਾਂ ਉਹਦੇ ਖਿਲਾਫ ਮੁਰਦਾਬਾਦ ਦੇ ਨਾਅਰੇ ਲਾ ਦਈਏ। ਹੁਣ ਉਹਨੂੰ, ਕਿਉਂਕਿ ਉਹਨੇ ਬਹੁਤ ਸਾਰੇ ਸਮਾਂ ਮੋਰਚੇ 'ਤੇ ਵੀ ਡਿਊਟੀ ਦਿੱਤੀ ਹੈ, ਬੜੀ ਤਨਦੇਹੀ ਨਾਲ ਦਿੱਤੀ ਹੈ, ਸਿਕਿਉਰਿਟੀ ਰੱਖਣ 'ਚ ਤੇ ਹੋਰ, ਉਹਨਾਂ ਨੂੰ ਦੁਬਾਰਾ ਨਾਲ ਲਾਉਣਾ ਚਾਹੀਦਾ ਆਪਣਾ ਬੱਚਾ ਸਮਝ ਕੇ। ਸਾਡੇ ਬੱਚੇ ਹੈ, ਜਿਵੇਂ ਚੜੂਨੀ ਨੂੰ ਕਿਸੇ ਨੇ ਕਿਹਾ ਸੀ ਕਿ ਬੜੇ ਗਰਮ ਖੂਨ ਵਾਲੇ ਲੋਕ, ਉਹ ਕਹਿੰਦਾ ਵੀ ਇੱਥੇ ਆਊਗਾ ਹੀ ਉਹ ਜਿਹਦਾ ਗਰਮ ਖੂਨ ਹੈ, ਠੰਡੇ ਖੂਨ ਵਾਲਾ ਤਾਂ ਮੋਰਚੇ 'ਤੇ ਆਊਗਾ ਹੀ ਨਹੀਂ, ਹੈ ਨਾ। ਤਾਂ ਉਹਨੂੰ ਬੜੇ ਸਿਆਣਪ ਨਾਲ ਮੋਰਚੇ ਵਾਲਿਆਂ ਨੂੰ, ਲੱਖੇ ਨੂੰ ਆਪਣਾ ਬੱਚਾ ਸਮਝਦੇ ਹੋਏ ਨਾਲ ਲਾਉਣਾ ਚਾਹੀਦਾ। ਮੈਂ ਇੱਕ ਚੀਜ਼ ਹੋਰ ਪੁੱਛਣੀ ਚਾਹੂੰਗਾ। ਅੱਜ ਤੱਕ ਮੈਂ ਇਹ ਸਵਾਲ ਪਹਿਲਾਂ ਕੀਤਾ ਸੀ ਜੋਗਿੰਦਰ ਸਿੰਘ ਅਗਰਾਹਾਂ ਨੂੰ, ਇੱਕ ਵਾਰੀ ਇਹ ਸਵਾਲ ਜ਼ਰੂਰ ਹੋਇਆ ਸੀ ਜਦੋਂ ਪੰਜਾਬ ਸੀਗੇ, ਜਦੋਂ ਹਜੇ ਮੋਰਚਾ ਉੱਥੇ ਨਹੀਂ ਗਏ। ਤੁਹਾਨੂੰ ਲੱਗਦਾ ਨਹੀਂ ਵੀ ਕਿਤੇ ਨਾ ਕਿਤੇ ਇਹ ਕ੍ਰੈਡਿਟ ਵਾਰ ਵੀ ਬਣਦੀ ਜਾ ਰਹੀ ਆ, ਵੀ ਆਪਸੀ ਜਿਹੜੀਆਂ ਰੰਜਿਸ਼ਾਂਗੀਆਂ ਜਾਂ ਆਪਸੀ ਜਿਹੜੇ ਮਤਭੇਦ ਆ ਉਹ ਸਾਹਮਣੇ ਆ ਰਿਹਾ, ਕ੍ਰੈਡਿਟ ਵਾਰ ਵੀ ਆ, ਵੀ ਕਿਤੇ ਇਹਦਾ ਕ੍ਰੈਡਿਟ ਫਲਾਨਾ ਬੰਦਾ ਨਾ ਲੈ ਜੇ ਜਾਂ ਫਲਾਨਾ ਬੰਦਾ ਨਾ ਲੈ ਜੇ? ਹਾਂ, ਉਹ ਵੀ ਹੈ ਗੱਲ, ਉਹ ਵੀ ਹੈ। ਪਰ ਮੈਂ ਚਾਹੂੰਗਾ ਕਿ ਆਪਾਂ ਨਾ ਫਿਲਹਾਲ ਸੁਚੇਤ ਤੌਰ 'ਤੇ ਭਾਵੇਂ ਚੈਨਲਸ ਹੈ ਜਿਹੜੇ ਹੋਰ, ਉਹ ਆਪਾਂ ਇਸ ਗੱਲ ਤੋਂ ਬਚਾ ਕਰੀਏ ਕਿ ਉੱਥੇ ਕੋਈ ਵੀ ਮਤਭੇਦ ਹੈ, ਕਿਉਂਕਿ ਸਾਨੂੰ ਪਬਲਿਕ ਦੇ ਵਿੱਚ ਇਹ ਗੱਲ ਰੱਖਣ ਦੀ ਲੋੜ ਹੈ ਕਿ ਮੋਰਚਾ ਬਹੁਤ ਵਧੀਆ ਜਾ ਰਿਹਾ, ਐਕਚੁਅਲ 'ਚ ਵੀ ਜਾ ਰਿਹਾ, ਕਿਉਂਕਿ ਹੁਣ ਵੀ ਇਕੱਠ ਉੱਥੇ ਉਵੇਂ ਹੀ ਹੈ। ਤੇ ਪਰ ਜਾਣ ਕੇ ਕਈ ਚੈਨਲ ਵਾਲੇ ਹੁਣ ਇਹ ਫੈਲਾਉਣ ਲੱਗ ਗਏ, ਜਿਹੜੇ ਮੇਨ ਸਟ੍ਰੀਮ ਮੀਡੀਆ ਜਿਹਨਾਂ ਨੂੰ ਕਹਿ ਦਿੰਦੇ ਆ, ਹੈ ਨਾ, ਗੋਦੀ ਮੀਡੀਆ ਕਹਿ ਦਿੰਦੇ ਆ ਜਿਹਨਾਂ ਨੂੰ, ਕਿ ਜੀ ਖਤਮ ਹੋ ਰਿਹਾ ਅੰਦੋਲਨ, ਹੈ ਨਾ। ਪਰ ਜਿਹੜੇ ਹੁਣ ਭਰਵੇਂ ਇਕੱਠ ਰੈਲੀਆਂ ਦੇ ਹੋ ਰਹੇ ਆ, ਉਹ ਇਹ ਦੱਸਦੇ ਆ ਕਿ ਲੋਕ ਹਜੇ ਵੀ ਉਵੇਂ ਜੁੜੇ ਹੋਏ ਆ, ਬਲਕਿ ਰਾਜਸਥਾਨ ਵਰਗੇ ਇਲਾਕਿਆਂ 'ਚ ਲੱਖਾਂ ਦੇ ਹਿਸਾਬ ਨਾਲ ਗਿਣਤੀ 'ਚ ਇਕੱਠ ਹੋ ਰਹੇ ਆ, ਜਿੱਥੋਂ ਦੇ ਘੱਟ ਬੰਦੇ ਹਜੇ ਤੱਕ ਆਏ ਸੀ, ਯੂਪੀ ਦੇ ਘੱਟ ਬੰਦੇ ਆਏ ਸੀ, ਉਹਨਾਂ ਦੇ ਇੰਨੇ ਵੱਡੇ ਇਕੱਠ ਹੋ ਰਹੇ ਆ, ਜਿਨ੍ਹਾਂ ਇਕੱਠਾਂ ਦੇ ਵਿੱਚ ਫੈਸਲਾ ਹੀ ਇਹ ਲਿਆ ਜਾ ਰਿਹਾ ਕਿ ਦਿੱਲੀ ਮੋਰਚੇ ਦੇ ਉੱਤੇ ਜਾਣਾ। ਤਾਂ ਸਾਨੂੰ ਇਸ ਗੱਲ 'ਤੇ ਮੇਰੇ ਹਿਸਾਬ ਨਾਲ ਕੰਸਨਟਰੇਟ ਕਰਨਾ ਚਾਹੀਦਾ। ਕ੍ਰੈਡਿਟ ਵਾਰ ਤਾਂ ਹਰੇਕ ਕਿਤੇ ਹੀ ਹੁੰਦੀ ਹੈ, ਉਹ ਤਾਂ ਹਰੇਕ ਨੂੰ ਚਾਹੁੰਦਾ ਹੁੰਦਾ ਕਿ ਮੈਂ ਜੋ ਇੰਨੀ ਦੇਰ ਦਾ ਬੈਠਾ ਜਾਂ ਇੰਨੀ ਦੇਰ ਦਾ ਕੰਮ ਕੀਤਾ ਤਾਂ ਮੇਰਾ ਨਾਮ ਥੋੜ੍ਹਾ ਬਹੁਤਾ ਲਿੱਤਾ ਜਾਵੇ। ਉਸ 'ਚ ਕੋਈ ਵੱਡੀ ਗੱਲ ਨਹੀਂ ਹੈਗੀ, ਐਡਾ ਇਸ਼ੂ ਨਹੀਂ ਹੈਗਾ ਮੇਰੇ ਹਿਸਾਬ ਨਾਲ। ਇਹ ਤੁਹਾਡਾ ਵੀ ਟਵਿੱਟਰ ਦਾ ਅਕਾਊਂਟ ਬੰਦ ਕੀਤਾ ਗਿਆ ਗਾ, ਇਹਦੇ ਬਾਰੇ ਹੋਰ ਵੀ ਬਹੁਤ ਲੋਕਾਂ ਦੇ ਬੰਦ ਹੋਏ ਨੇ ਟਵਿੱਟਰ ਅਕਾਊਂਟ, ਹੈਸ਼ਟੈਗ ਬੰਦ ਹੋਏ ਨੇ, ਬੜਾ ਚੀਜ਼ਾਂ ਚੱਲ ਰਿਹਾ। ਇੱਕ ਪਾਲਿਸੀ ਦਾ ਵੀ ਜ਼ਿਕਰ ਹੋ ਰਿਹਾ ਵੀ ਪਾਲਿਸੀ ਆ ਰਹੀ ਹੈ ਸੋਸ਼ਲ ਮੀਡੀਆ ਦੀ, ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਹਾਂਜੀ, ਦੇਖੋ, ਜਿਵੇਂ ਪੋਲੀਟੀਕਲ ਐਕਟਿਵਿਸਟ ਸੀਗੇ ਉਹਨਾਂ ਦੇ ਬੰਦ ਹੋਏ ਪਹਿਲਾਂ ਤਾਂ ਅਕਾਊਂਟ ਸਭ ਤੋਂ। ਫਿਰ ਜਿਵੇਂ ਦਿਸ਼ਾ ਰਵੀ ਹੈ ਨਾ, ਉਹਨੇ ਟੂਲ ਕਿੱਟ ਨੂੰ ਲੈ ਕੇ, ਉਹ ਜਿਹਦੇ ਵਿੱਚ ਸਿਰਫ ਇਹ ਹੈ ਟੂਲ ਕਿੱਟ ਕਿ ਜੀ ਇਹ ਕਿਸਾਨ ਅੰਦੋਲਨ ਇਹ ਹੈ ਅਤੇ ਇਹਦੀ ਤੁਸੀਂ ਕਿੱਦਾਂ ਮਦਦ ਕਰ ਸਕਦੇ ਹੋ, ਤੁਸੀਂ ਇਹਦੇ ਲਈ ਕਿੱਦਾਂ ਦੇ ਟਵੀਟਸ ਪਾ ਸਕਦੇ ਹੋ, ਕਿੱਦਾਂ ਦੀਆਂ ਫੋਟੋਆਂ ਪਾ ਸਕਦੇ ਹੋ, ਇਹੀ ਦੱਸਿਆ ਉਹਨੇ। ਇਸ ਦੋਸ਼ ਦੇ ਵਿੱਚ ਉੱਤੇ ਦੇਸ਼ ਧਰੋਹ ਦਾ ਮੁਕੱਦਮਾ ਲਾਤਾ। ਹੁਣ ਮੈਂ ਇਕੱਲੀਆਂ ਪੇਂਟਿੰਗਾਂ ਹੀ ਪਾ ਰਿਹਾ ਸੀ ਨਾ, ਅਤੇ ਪਹਿਲਾਂ ਤਾਂ ਮੇਰਾ ਕੁਛ ਕੰਟੈਂਟ ਬੈਨ ਕਰਾਇਆ ਗਿਆ। ਫਿਰ ਹੁਣ ਜਿਹੜਾ ਲੇਟੈਸਟ ਜਦੋਂ ਅਕਾਊਂਟ ਬੰਦ ਹੋਇਆ, ਜਿਹੜਾ ਲੈਟਰ ਆਇਆ ਉਹਦੇ 'ਤੇ ਲਿਖਿਆ ਕਿ ਟਵਿੱਟਰ ਵੱਲੋਂ ਕਿ ਸਾਨੂੰ ਗੌਰਮੈਂਟ ਆਫ ਇੰਡੀਆ ਵੱਲੋਂ ਤੁਹਾਡੇ ਖਿਲਾਫ ਕੰਪਲੇਂਟ ਹੈ ਕਿ ਤੁਹਾਡਾ ਅਕਾਊਂਟ ਹੈ ਇੰਡੀਅਨ ਲਾਜ਼ ਨੂੰ ਅਬਾਈਡ ਨਹੀਂ, ਇੰਡੀਅਨ ਲਾਜ਼ ਦੇ ਅਗੇਂਸਟ ਹੈ, ਮਤਲਬ ਕੰਮ ਕਰ ਰਿਹਾ। ਤਾਂ ਮੈਨੂੰ ਸਮਝ ਨਹੀਂ ਆਇਆ ਕਿ ਮੈਂ ਕਿਹੜੀਆਂ ਮੇਰੀਆਂ ਪੇਂਟਿੰਗਸ ਨਾਲ ਇੰਡੀਅਨ ਲਾਜ਼ ਟੁੱਟ ਰਹੇ ਆ ਅਤੇ ਉਸ ਅਕਾਊਂਟ ਨੂੰ ਬੈਨ ਕਰਨ ਦੀ ਲੋੜ ਪੈ ਜੇ, ਹੈ ਨਾ। ਪਰ ਸੋਸ਼ਲ ਮੀਡੀਆ ਦੀ ਪਾਵਰ ਦਾ ਇੱਥੋਂ ਪਤਾ ਲੱਗਦਾ, ਜਦੋਂ ਰਿਹਾਨਾ ਦੇ ਇੱਕ ਟਵੀਟ 'ਤੇ ਇੱਕ ਪੂਰੀ ਮਤਲਬ ਗੋਦੀ 'ਚ ਖੇਡਣ ਵਾਲੇ ਕਲਾਕਾਰਾਂ ਦੀ ਫੌਜ ਖੜੀ ਕਰਨੀ ਪੈ ਜਾਏ ਸਰਕਾਰ ਨੂੰ, ਜਾਂ ਜਦੋਂ ਇੱਕ ਰੰਗਾਂ ਵਾਲਿਆਂ ਦੇ ਵੀ ਭਾਈ ਅਕਾਊਂਟ ਸੀਲ ਕਰਨੇ ਪੈ ਜਾਣ, ਅਤੇ ਇੱਥੋਂ ਸੋਸ਼ਲ ਮੀਡੀਆ ਦੀ ਪਾਵਰ ਦਾ ਪਤਾ ਲੱਗਦਾ ਸੋਸ਼ਲ ਮੀਡੀਆ ਕੀ ਚੀਜ਼ ਹੈ। ਅਤੇ ਜਿਹੜਾ ਹੁਣ ਲੌਜ਼ ਲਿਆ ਰਹੇ ਆ, ਇਹਦੇ ਨਾਲ ਇੰਡੀਆ ਦੀ ਛਵੀ ਦਿਨ ਬ ਦਿਨ ਡਿੱਗ ਰਹੀ ਹੈ ਇੰਟਰਨੈਸ਼ਨਲ ਲੈਵਲ 'ਤੇ। ਜਿਹੜਾ ਫਰੀਡਮ ਆਫ ਸਪੀਚ ਨੂੰ ਲੈ ਕੇ ਜਾਂ ਇੰਟਰਨੈਟ ਨੂੰ ਲੈ ਕੇ ਸਭ ਤੋਂ ਆਲਰੇਡੀ ਥੱਲੇ ਆ ਆਪਾਂ ਦੁਨੀਆ ਦੇ ਵਿੱਚ,
ਜਿੱਥੇ ਬੈਨ ਸਭ ਤੋਂ ਵੱਧ ਵਾਰੀ ਹਿੰਦੁਸਤਾਨ ਦੇ ਵਿੱਚ ਬੈਨ ਕੀਤਾ ਗਿਆ, ਇੰਟਰਨੈਟ ਨੂੰ ਬੰਦ ਕੀਤਾ ਗਿਆ। ਅਤੇ ਇਹ ਸੋਸ਼ਲ ਮੀਡੀਆ 'ਤੇ ਪਾਬੰਦੀ ਤੋਂ ਬਾਅਦ ਤਾਂ ਸਾਡੇ ਦੇਸ਼ ਦੀ ਇੰਟਰਨੈਸ਼ਨਲ ਛਵੀ ਇੱਕ ਕਦਮ ਡਿਕਟੇਟਰਸ਼ਿਪ ਵੱਲ ਜਾਊਗੀ। ਅਤੇ ਇਹ ਇੰਟਰਨੈਸ਼ਨਲ ਪ੍ਰੈਸ਼ਰ ਆਪਦੇ ਉੱਪਰ ਹੋਰ ਲੈ ਲੈਣਗੇ। ਇਹ ਇੱਕ ਤੋਂ ਬਾਅਦ ਇੱਕ ਘਬਰਾਹਟ 'ਚ ਗਲਤੀ ਕਰਦੇ ਜਾ ਰਿਹਾ। ਮੈਂ ਕਹੂੰਗਾ ਕਿ ਸਰਕਾਰ ਦੀ ਇਸ ਤਰ੍ਹਾਂ ਦੀ ਪਾਲਿਸੀ ਲਿਆਉਣਾ ਸੋਸ਼ਲ ਮੀਡੀਆ 'ਤੇ, ਅੰਦੋਲਨ ਤਾਂ ਉਵੇਂ ਚੱਲੇ ਜਾਣਾ। ਅੰਦੋਲਨ ਤਾਂ ਉਦੋਂ ਵੀ ਚੱਲਦੇ ਸੀ ਜਦੋਂ ਸੋਸ਼ਲ ਮੀਡੀਆ ਹੈ ਹੀ ਨਹੀਂ ਸੀ, ਜਦੋਂ ਅਖਬਾਰਾਂ ਵੀ ਚੰਦ ਕੁ ਲੋਕ ਹੀ ਪੜ੍ਹ ਪਾਉਂਦੇ ਸੀਗੇ, ਰੇਡੀਓ ਸੀ ਉਹ ਵੀ ਸਰਕਾਰ ਦੇ ਅੰਡਰ ਸੀ। ਅੰਦੋਲਨ ਤਾਂ ਉਦੋਂ ਵੀ ਬਹੁਤ ਵੱਡੇ ਚੱਲਦੇ ਰਹੇ, ਅੰਦੋਲਨ ਤਾਂ ਚੱਲੂਗਾ। ਪਰ ਇਹ ਆਪਦੇ ਉੱਤੇ ਇੱਕ ਪੈਰ ਆਪਦੇ ਉੱਪਰ ਹੋਰ ਪਿੱਛੇ ਹੋ ਜਾਣਗੇ, ਇੱਕ ਪੈਰ 'ਤੇ ਆਪਦੇ ਉੱਪਰ ਇੱਕ ਹੋਰ ਮਤਲਬ ਕਾਲਾ ਜਿਹੜਾ ਧੱਬਾ ਉਹ ਲੈ ਕੇ ਜਾਣਗੇ। ਜੇ ਪਰਸਨਲੀ ਤੁਹਾਡੀ ਗੱਲ ਕਰਦੇ ਆ, ਤੁਸੀਂ ਕਿਹਾ ਵੀ ਤੁਸੀਂ ਫੋਟੋਆਂ ਬਣਾਉਣੇ ਹੋ, ਆਰਟਿਸਟ ਹੋ, ਪੇਂਟਿੰਗਸ ਬਣਦੀਆਂ ਗਈਆਂ, ਕਿਹੜੀ ਤਸਵੀਰ ਕਰਕੇ ਤੁਹਾਨੂੰ ਲੱਗਿਆ ਵੀ ਹਾਂ ਵੀ ਤੁਸੀਂ ਵੀ ਨਿਗਾਹ ਦੇ ਵਿੱਚ ਆ ਗਏ, ਜਾਂ ਉਹ ਸੂਚੀ ਦੇ ਵਿੱਚ ਆ ਗਏ ਤੁਸੀਂ ਵੀ ਹਾਂ ਕੁਛ ਨਾ ਕੁਛ ਹੋ ਗਿਆ? ਕਾਫੀ ਦੇਰ ਤੋਂ ਇੱਥੋਂ ਦੇ ਲੋਕਲ ਜਾਂ ਜਿਹੜੇ ਲੀਡਰ ਹੈਗੇ ਸੀ ਇਹਨਾਂ ਦੀਆਂ ਪਾਰਟੀਆਂ ਦੇ, ਉਹ ਤਾਂ ਮੈਨੂੰ ਬਹੁਤ ਦੇਰ ਤੋਂ ਧਮਕੀਆਂ ਵੀ ਦਿੰਦੇ ਰਹੇ, ਮਤਲਬ ਜਾਂ ਬੋਲਦੇ ਵੀ ਰਹੇ, ਅਰਬਨ ਨਕਸਲ ਕਹਿੰਦੇ ਰਹੇ ਆ, ਹੈ ਨਾ। ਪਰ ਜਿਹੜਾ ਹੁਣ ਇੱਕ ਤਾਂ ਜਦੋਂ ਮੈਂ ਦਿੱਲੀ ਮੋਰਚੇ 'ਤੇ ਜਾ ਕੇ ਪ੍ਰਦਰਸ਼ਨੀਆਂ ਲਾਈਆਂ ਜੀ, ਅਤੇ ਉੱਥੇ ਸੰਯੁਕਤ ਮੋਰਚੇ ਦੀ ਸਟੇਜ ਤੋਂ ਟਿਕਰੀ ਬਾਰਡਰ ਤੋਂ ਮੈਂ ਚਿੱਤਰ ਬਣਾਇਆ ਸੀ। ਉਹਦੇ ਵਿੱਚ ਕਿਉਂਕਿ ਮੈਂ ਤੁਲਨਾ ਇਹਦੀ ਡਿਕਟੇਟਰਸ਼ਿਪ ਨਾਲ ਕੀਤੀ ਸੀ ਹੁਕੂਮਤ ਦੀ, ਉਸ ਨਾਲ ਨਜ਼ਰ 'ਚ ਮੈਨੂੰ ਲੱਗਦਾ ਆਇਆ ਕੰਮ ਜ਼ਿਆਦਾ। ਟਿਕਰੀ ਮੋਰਚੇ ਦੀ ਸਾਂਝੀ ਜਿਹੜੀ ਸਟੇਜ ਆ ਉਹਦੇ ਤੋਂ ਮੈਂ ਪੇਂਟ ਕੀਤਾ ਸੀ। ਸੰਯੁਕਤ ਮੋਰਚੇ ਦੀ ਜਿਹੜੀ ਦੂਜਾ ਬਾਰਡਰ ਆਪਣਾ, ਉਹਦੇ ਤੋਂ ਨਹੀਂ ਦਿੱਤਾ ਉਹਨਾਂ ਨੇ ਚਾਂਸ ਮੈਨੂੰ, ਪਰ ਸਟਿਲ ਮੈਨੂੰ ਐ ਸੀ ਕਿ ਉੱਥੇ ਉਹਦੇ ਬਾਹਰ ਮੈਂ ਸਟੇਜ ਦੇ ਫਿਰ ਸਾਈਡ 'ਤੇ ਮੈਂ ਆਪਦੀ ਦਾਰੂ ਦੀਆਂ ਦੁਕਾਨਾਂ ਖਾਲੀ, ਸ਼ਟਰ ਬੰਦ ਪਏ ਸੀ, ਉਹਦੇ ਉੱਤੇ ਆਪਦੀ ਪ੍ਰਦਰਸ਼ਨੀ ਲਾਤੀ ਸੀ। ਪਰ ਉਦੋਂ ਤੋਂ ਇੱਕ ਤਾਂ ਆਇਆ। ਨੰਬਰ 2 ਜਿਹੜੀ ਕਿੱਲਾਂ ਵਾਲੀ ਪੇਂਟਿੰਗ ਸੀਗੀ, ਜਿਹਦੇ 'ਚ ਇਹਨਾਂ ਨੇ ਜਿੱਦਣ ਸੜਕ 'ਤੇ ਕਿੱਲ ਲਾਏ ਸੀ ਉਦਣ ਮੈਂ ਪੇਂਟਿੰਗ ਬਣਾਈ ਸੀ ਕਿ ਇੱਧਰਲੇ ਪਾਸੇ ਸੜਕ 'ਤੇ ਕਿੱਲ ਲਾਏ ਜਾ ਰਹੇ ਆ, ਦੂਜੇ ਪਾਸੇ ਕਿਸਾਨ ਝੋਨਾ ਲਾ ਰਿਹਾ, ਅਤੇ ਪਿਛਲੇ ਪਾਸੇ ਉਹਦੀਆਂ 2 ਅੱਖਾਂ ਸੀਗੀਆਂ ਦੀਦੀਆਂ ਜਿਹੜੀਆਂ ਹੁਕਮਰਾਨ ਦੀਆਂ ਅੱਖਾਂ, ਉਹਦੇ ਵਿੱਚ ਇੱਕ ਅੱਖ ਡਰ ਰਹੀ ਹੈ, ਦੂਜੀ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਹੈ ਨਾ। ਇਹ ਦੋਨੋਂ ਆਸਪੈਕਟ ਉਹਦੇ ਵਿੱਚ ਕਵਰ ਸੀਗੇ। ਇਹ ਪੇਂਟਿੰਗ ਦੇ ਹਜ਼ਾਰਾਂ ਦੇ ਹਿਸਾਬ ਨਾਲ ਮੇਰੇ ਇਕੱਲੀ ਪੇਜ ਤੋਂ 15-16 ਹਜ਼ਾਰ ਸ਼ੇਅਰ ਹੋਇਆ, ਦੂਜੇ ਲੋਕਾਂ ਦੇ ਫੇਸਬੁੱਕ ਪੇਜਸ ਤੋਂ ਜਾਂ ਟਵਿੱਟਰ ਪੇਜਸ ਤੋਂ 20 ਲੱਖਾਂ ਦੇ ਹਿਸਾਬ ਨਾਲ ਕੁੱਲ ਮਿਲਾ ਕੇ ਦੇਖੀਏ ਤਾਂ ਸ਼ੇਅਰ ਹੋ ਗਿਆ। ਇਹਦੇ 'ਤੇ ਬਹੁਤ ਸਾਰੇ BJP ਦੇ IT ਸੈੱਲ ਵਾਲੇ ਬੰਦਿਆਂ ਨੇ ਸੈਂਕੜਿਆਂ ਦੇ ਹਿਸਾਬ ਨਾਲ ਹੀ ਨੈਗੇਟਿਵ ਕਮੈਂਟ ਕੀਤੇ ਜਾਂ ਆ ਗਏ ਇੱਕੋਦਮ, ਅਤੇ ਉਹਨਾਂ ਨੂੰ ਬਹੁਤ ਸਾਰੇ ਲੋਕਾਂ ਨੂੰ ਬਲੌਕ ਕੀਤਾ ਫਿਰ ਪੇਜ ਤੋਂ, ਨਹੀਂ ਤਾਂ ਬਹੁਤ ਜ਼ਿਆਦਾ ਗੰਦ ਬਕ ਰਹੇ ਸੀ। ਤਾਂ ਉਦੋਂ ਤੋਂ ਹੀ ਆਇਆ ਜ਼ਿਆਦਾ ਨਜ਼ਰ 'ਚ। ਤੁਸੀਂ ਇੱਕ ਪੱਖ ਤਾਂ ਚਲੋ ਇਹ ਦੱਸਤਾ ਵੀ ਇੱਦਾਂ ਤੁਹਾਨੂੰ ਲੱਗਦਾ ਵੀ ਆਹ ਹੋਇਆ, ਜਿੱਦਾਂ ਆਹ ਪੇਂਟਿੰਗ ਵੀ ਆ, ਹੈ ਨਾ, ਬੜਾ ਕੁਛ ਬਿਆਨ ਕਰਦੀ ਹੈ ਪੇਂਟਿੰਗ। ਪਰ ਮੈਂ ਇੱਕ ਪੱਖ ਗੁਰਪ੍ਰੀਤ ਜੀ ਉਹ ਵੀ ਜਾਣਨਾ ਚਾਹੂੰਗਾ, ਜਿਹੜਾ ਤੁਹਾਡਾ ਨਿੱਜੀ ਜ਼ਿੰਦਗੀ ਦਾ ਪੱਖ ਆ। ਜੀ। ਨਿੱਜੀ ਜ਼ਿੰਦਗੀ ਦੇ ਵਿੱਚ ਮੈਨੂੰ ਨਹੀਂ ਪਤਾ ਵੀ ਇਹ ਸਵਾਲ ਕਰਨਾ ਚਾਹੀਦਾ ਕਿ ਨਹੀਂ, ਵੀ ਜਦੋਂ ਤੁਸੀਂ ਘਰੇ ਆਉਣੇ ਹੋ ਜਾਂ ਘਰੇ ਤੁਸੀਂ ਪੇਂਟਿੰਗ ਬਣਾਉਣੇ ਹੋ, ਉਦੋਂ ਬਾਅਦ ਜੋ ਵੀ ਰੌਲਾ ਪੈਂਦਾ ਗਾ ਜਾਂ ਜੋ ਵੀ ਕੁਛ ਆ, ਹੈ ਨਾ, ਤਾਂ ਨਿੱਜੀ ਜ਼ਿੰਦਗੀ ਦੇ ਵਿੱਚ ਘਰ ਦੇ ਸਾਥ ਦੇ ਰਹੇ ਨੇ ਪੂਰਾ, ਜਾਂ ਕੀ ਸੋਚਦੇ ਨੇ ਹੁਣ ਅੰਦੋਲਨ ਦੇ ਰਿਲੇਟਡ ਜਿਹੜੀਆਂ ਇਹ ਚੀਜ਼ਾਂ ਹੋ ਰਹੀਆਂ, ਜਾਂ ਕਿੱਲਾਂ ਵਾਲੀ ਤੁਸੀਂ ਤਸਵੀਰ ਦੀ ਗੱਲ ਕੀਤੀ ਆ, ਉਹਨਾਂ ਦੇ ਵਿੱਚੋਂ ਹੀ ਇਹ ਤਸਵੀਰ ਆਉਂਦੀ, ਆਪਣਾ ਹੱਕ ਮੰਗ ਰਹੀ ਆ ਮਾਤਾ, ਜਾਂ ਸਾਰਾ ਕੁਛ, ਵੀ ਘਰ ਦਾ ਮਾਹੌਲ ਕਿੱਦਾਂ ਦਾ? ਘਰ ਅਸੀਂ, ਮੇਰੀ ਵਾਈਫ ਹੈ ਨਾ, ਬੱਚੇ ਹੈ ਮੇਰੇ 2 ਜੀ, ਭੈਣ ਭਰਾ ਮੇਰੇ ਬਾਹਰ ਹੈ ਜੀ, ਪਰ ਉਹਨਾਂ ਦੇ ਵਿੱਚ ਡਰ ਦੀ ਫੀਲਿੰਗ ਤਾਂ ਆਉਂਦੀ ਹੈ ਜਦੋਂ ਕੋਈ ਇੱਕੋ ਦਮ ਹੁੰਦਾ, ਕਿਉਂਕਿ ਮੇਰਾ ਪੇਜ ਮੇਰਾ ਬ੍ਰਦਰ ਮੇਰੇ ਭਾਣਜੇ ਵੀ ਹੈਂਡਲ ਕਰਦੇ ਆ, ਕਿਉਂਕਿ ਇਕੱਲੇ ਤੋਂ ਮੇਰੇ ਤੋਂ ਹੋ ਨਹੀਂ ਪਾਉਂਦਾ ਜੀ। ਤਾਂ ਉਹਨਾਂ 'ਚ ਵੀ ਇੱਕ ਵਾਰੀ ਜਦੋਂ ਪੜ੍ਹਦੇ ਆ ਕਈ ਤਰ੍ਹਾਂ ਦੇ ਨੈਗੇਟਿਵ ਕਮੈਂਟ, ਧਮਕੀਆਂ ਵਾਲੇ ਕਮੈਂਟ ਜਾਂ ਹੋਰ ਜਦੋਂ ਡਿਲੀਟ ਕਰਦੇ ਆ, ਤਾਂ ਉਹ ਕਹਿੰਦੇ ਆ ਵੀ ਬਚ ਕੇ ਭਾਈ, ਹੈ ਨਾ। ਪਰ ਸਟਿਲ ਇੱਕ ਹੌਸਲਾ ਵੀ ਹੈ, ਕਿਉਂਕਿ ਉਹਨਾਂ ਨੂੰ ਆਪਣੀ ਯਕੀਨ ਹੈ ਇਸ 'ਤੇ, ਆਈਡੀਓਲੋਜੀ 'ਤੇ, ਕਿਉਂਕਿ ਸਾਡੇ ਘਰ ਸਾਰਾ ਦਿਨ ਇਹੋ ਜਿਹੀਆਂ ਗੱਲਾਂ ਹੁੰਦੀਆਂ, ਇੱਦੋਂ ਬਿਨਾਂ ਕੋਈ ਤੀਸਰੀ ਗੱਲ ਨਹੀਂ ਹੁੰਦੀ। ਅਸੀਂ ਇਤਿਹਾਸ ਘਰੇ ਡਿਸਕਸ ਕਰਦੇ ਰਹਿੰਦੇ ਹਾਂ ਹਿੰਦੁਸਤਾਨ ਦਾ, ਅਸੀਂ ਗੁਰਬਾਣੀ ਵੀ ਨਾਲ ਸੁਣਦੇ ਹਾਂ ਪੇਂਟਿੰਗ ਬਣਾਉਂਦੇ ਹੋਏ, ਅਸੀਂ ਪੇਂਟਿੰਗ ਬਣਾਉਂਦੇ ਹੋਏ ਜਿਹੜੇ ਕਮਿਊਨਿਸਟ ਲੀਡਰ ਹੋਏ ਆ ਉਹਨਾਂ ਦੇ ਵੀ ਵਿਚਾਰ ਸੁਣੀ ਜਾਂਦੇ ਆ, ਸਾਰਾ ਕੁਛ ਇਕੱਠਾ, ਮਤਲਬ ਚਰਨਿੰਗ ਹੋਈ ਜਾਂਦੀ ਰਹਿੰਦੀ ਹੈ ਸਾਰਾ ਦਿਨ। ਤਾਂ ਅਸੀਂ ਰਵਿਦਾਸ, ਕਬੀਰ, ਨਾਨਕ, ਹੈ ਨਾ, ਇਹ ਅੰਗ ਸੰਗ ਰਹਿੰਦੇ ਆ ਸਾਰਾ ਟਾਈਮ। ਤਾਂ ਉਹ ਕਲੀਅਰ ਹੋਏ ਵੇ ਆ ਥੋਟ
ਕਿ ਚਲੋ ਮੈਂ ਤਾਂ ਇਹ ਵੀ ਉਹਨਾਂ ਨੂੰ ਕਿਹਾ ਸੀਗਾ ਵੀ ਮੈਂ ਤੁਹਾਨੂੰ ਨੰਬਰਾਂ ਦੀ ਲਿਸਟ ਦੇ ਦਿੰਦਾ ਜਿਹਦੇ ਵਿੱਚ ਐਡਵੋਕੇਟ ਵੀ ਨੇ, ਮੀਡੀਆ ਵਾਲੇ ਵੀ ਨੇ, ਪ੍ਰੈਸ ਵਾਲੇ, ਤੁਹਾਡੇ ਵਰਗੇ, ਤੁਹਾਡਾ ਨੰਬਰ ਵੀ ਹੈਗਾ ਉਹਦੇ 'ਚ ਹੈ ਨਾ, ਕਿ ਭਾਈ ਜਿੱਦਾਂ ਚੁੱਕਣਗੇ ਉੱਦਾਂ ਭਾਈ ਇਹਨਾਂ ਨੂੰ ਦੇ ਦਿਓ ਹੈ ਨਾ। ਅਤੇ ਮੈਨੂੰ ਇੱਕ ਪੱਤਰਕਾਰ ਹੈਗੀ ਹੈ, ਮਤਲਬ ਦਿੱਲੀ ਦੇ ਕੋਈ ਨਿਊਜ਼ਪੇਪਰ ਹੈ, ਉਹਨਾਂ ਨੇ ਕੀਤੀ ਇੰਟਰਵਿਊ। ਮੈਂ ਉਹਨੂੰ ਕਿਹਾ ਵੀ, ਮੈਂ ਕਿਹਾ ਵੀ ਬੀਬਾ ਤੇਰੇ ਅਖਬਾਰ ਹੈ ਨਾ ਉਹ ਬਿਰਲਾ ਵਾਲੇ ਚਲਾਉਂਦੇ ਆ, ਲਾਉਣੀ ਨਹੀਂ ਉਹਨਾਂ ਨੇ। ਮੈਂ ਕਿਹਾ ਵੀ ਉਹਨੂੰ ਵੀ ਆ ਜਦੋਂ ਗੱਲ ਕੀਤੀ ਉਹ ਕਹਿੰਦੀ ਆਪ ਬੜੇ सहज से बोल रहे हैं ये बात, आपको ये बोलते हुए डर नहीं लग रहा कि कोई बात नहीं जिस दिन उठाएंगे उस दिन। मैं क्या नहीं, डर वैसे ਤਾਂ ਸਾਰਿਆਂ ਨੂੰ ਲੱਗਦਾ, ਪਰ ਇਸ ਸਥਿਤੀ ਜਦੋਂ ਤੁਹਾਨੂੰ ਇਹ ਸਾਫ਼ ਹੋ ਜਾਂਦਾ ਕਿ ਤੁਸੀਂ ਸਹੀ ਹੋ ਤਾਂ ਉਦੋਂ ਡਰ ਦੀ ਭਾਵਨਾ ਰਹਿਣੀ ਨਹੀਂ ਚਾਹੀਦੀ ਮੇਰੇ ਸਾਥ। ਚੱਲੀ ਫਿਰ ਖਬਰ ਉਹ ਹਜੇ ਤੱਕ ਤਾਂ ਲੱਗਿਆ ਨਹੀਂ ਆਰਟੀਕਲ ਉਹਨਾਂ ਦਾ। ਉਹ ਮਤਲਬ ਵੱਡਾ ਪੇਪਰ ਹੈ, ਕਾਫੀ ਇਕਨੋਮਿਕਸ ਦਾ ਪੇਪਰ ਹੈ ਜੀ, ਤੇ ਉਸ ਨੂੰ ਪੜ੍ਹਿਆ, ਮਤਲਬ ਉਹ ਇਲੀਟ ਕਲਾਸ ਦਾ ਅਖਬਾਰ ਹੈ ਜੀ। ਤੇ ਮੈਨੂੰ ਪਤਾ ਵੀ ਉਹਨਾਂ ਨੇ ਜੇ ਲਾਈ ਵੀ ਤਾਂ ਬੜੀ ਘੁਮਾ ਫਿਰਾ ਕੇ, ਉਹ ਵਿਚਾਰੀ ਕਹਿ ਵੀ ਰਹੀ ਸੀ ਕਿ ਮੈਂ ਤੇ ਮੇਰਾ ਐਡੀਟਰ ਅਸੀਂ ਦੋਨੇ ਸੋਚ ਰਹੇ ਹਾਂ ਕਿ ਕਿਵੇਂ, ਮਤਲਬ ਦੇਖੋ ਇੱਥੇ ਵੀ ਤੁਹਾਨੂੰ ਇੱਕ ਨਵੀਂ ਚੀਜ਼ ਮਿਲੂ ਕਿ ਜਿਵੇਂ ਉਹ ਕਹਿ ਰਹੀ ਹੈ ਕਿ ਸਾਨੂੰ ਇੰਸਟਰਕਸ਼ਨਸ ਆਈਆਂ ਕਿ ਕਿਸਾਨੀ ਅੰਦੋਲਨ ਦੇ ਹੱਕ ਦੀ ਨਿਊਜ਼ ਨਹੀਂ ਲੱਗਣੀ ਚਾਹੀਦੀ। ਤਾਂ ਅਸੀਂ ਇਹ, ਮੈਂ ਤੇ ਕਹਿੰਦੀ ਮੇਰਾ ਐਡੀਟਰ ਸੋਚ ਰਹੇ ਕਿ ਕਿਵੇਂ ਅਸੀਂ ਸਿੱਧੇ ਢੰਗ ਨਾਲ ਘੁਮਾ ਫਿਰਾ ਕੇ ਲਿਖੀਏ ਵੀ ਪਤਾ ਹੀ ਨਾ ਲੱਗੇ ਸਾਡੇ ਮਾਲਕਾਂ ਨੂੰ ਕਿ ਇਹ ਅਸੀਂ ਕਿਸਾਨੀ ਅੰਦੋਲਨ ਦੀ ਗੱਲ ਕਰ ਗਏ। ਮਤਲਬ ਭਾਵਨਾਵਾਂ ਕਿੰਨੀਆਂ ਜੁੜੀਆਂ ਹੋਈਆਂ ਲੋਕਾਂ ਦੀਆਂ ਇਹਦੇ ਨਾਲ। ਈਵਨ ਮੇਨ ਸਟ੍ਰੀਮ ਮੀਡੀਆ ਦੇ ਵੀ ਜਿਹੜੇ ਪੱਤਰਕਾਰ ਉਹਨਾਂ ਨੂੰ ਵੀ ਪਤਾ ਕਿ ਅਸੀਂ ਕੀ ਕਰ ਰਹੇ ਹਾਂ ਅਤੇ ਉਹ ਕੋਸ਼ਿਸ਼ ਕਰਦੇ ਆ ਨਾ। ਅਤੇ ਉਹ ਇੱਦਾਂ ਦਾ ਵੀ ਵਰਗ ਇੱਕ ਪੂਰਾ ਨਾਲ ਹੈਗਾ ਸਾਡੇ, ਜਿਹੜਾ ਕਿ ਹੈ ਦੂਜੇ ਪਾਸੇ ਖੜਾ ਪਰ ਇਮੋਸ਼ਨਲੀ ਸਾਡੇ ਨਾਲ ਖੜਾ ਜੀ। ਜਾਂਦੇ ਜਾਂਦੇ ਮੈਂ ਗੁਰਪ੍ਰੀਤ ਜੀ ਇੱਕ ਹੋਰ ਸਵਾਲ ਲੈਣਾ ਚਾਹੂੰ। ਤੁਸੀਂ ਅਰਬਨ ਨਕਸਲ ਦੀ ਗੱਲ ਕੀਤੀ ਆ, ਤੁਹਾਨੂੰ ਕਿਹਾ ਜਾਂਦਾ ਹੈਗਾ ਇੱਕ, ਮਤਲਬ ਫੇਸਬੁੱਕ ਦੇ ਉੱਤੇ ਖਾਸ ਤੌਰ ਦੇ ਉੱਤੇ ਗੱਲ ਚੱਲੀ ਆ ਵੀ ਕਾਮਰੇਡ ਵਰਸਿਸ ਇੱਕ ਹਾਂ ਸਿੱਖਾਂ ਨੂੰ ਕਿਹਾ ਗਿਆ, ਹੋਰ ਵੀ ਧਰਮਾਂ ਨੂੰ ਨਾਲ ਲਿਆ ਕੇ ਖੜਾ ਕਰ ਦਿੱਤਾ ਜਾਂਦਾ। ਤੁਸੀਂ ਇਸ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਇਹ ਕੀ ਚੀਜ਼ ਆ? ਇਹ ਉਹੀ ਲੋਕ ਨੇ ਜਿਹੜਾ IT ਸੈੱਲ ਦਾ ਨਾਮ ਹੁਣ ਬੜਾ ਲੋਕਾਂ ਦੇ ਵਿੱਚ, ਅਸੀਂ ਪਿੰਡਾਂ ਦੇ ਵਿੱਚ ਜਾਂਦੇ ਹਾਂ ਲੋਕ ਪੁੱਛਦੇ ਵੀ ਜਿਹੜੀ ਇਹ IT ਸੈੱਲ ਇਹ ਕੀ ਹੈ, ਇਹ ਹੁੰਦਾ ਕੀ ਹੈ, ਕਿੱਥੇ ਹੈ, ਕਿਹੇ ਜਗ੍ਹਾ, ਮਤਲਬ ਇਹ ਉਹਦਾ ਭਾਗ ਆ ਕਿ ਕੁਛ ਚੀਜ਼ ਡਿਫਰੈਂਟ? ਇਹ ਦੋਨੇ ਹੀ ਗੱਲਾਂ ਹੈਗੀਆਂ। IT ਸੈੱਲ ਵੀ ਹੈਗਾ ਐਕਟਿਵ ਇਹਦੇ 'ਚ, ਨੋ ਡਾਊਟ। ਪਰ ਗੱਲ ਇਹ ਹੈ ਕਿ ਮੈਂ ਇਹਦੇ ਨਾਲ ਸਹਿਮਤ ਨਹੀਂ ਗੱਲ ਨਾਲ ਸਿੱਖ ਵਰਸਸ ਕਾਮਰੇਡ 'ਤੇ। ਇਹ ਸ਼ੁਰੂ ਤੋਂ ਬਹੁਤ ਹੋ ਸਕਦਾ ਬਹੁਤ ਸਾਰੇ ਕਾਮਰੇਡ ਵੀ ਗਲਤ ਹੁੰਦੇ ਆ, ਸਾਰੇ ਕਿਤੇ ਹੁੰਦੇ ਆ, ਅਤੇ ਸਾਰੀਆਂ ਜਥੇਬੰਦੀਆਂ 'ਚ ਸਾਰੇ ਬੰਦੇ ਸਹੀ ਵੀ ਨਹੀਂ ਹੁੰਦੇ ਹੈ ਨਾ। ਸਾਡੇ ਵੀ ਇਹੋ ਸਾਰੇ ਆਪਣੇ ਧਰਮ 'ਚ ਬੰਦੇ ਹੈਗੇ ਵੀ ਉੱਤੋਂ ਗਾਤਰੇ ਪਾ ਕੇ ਉਹ ਵੀ ਗਲਤ ਕੰਮ ਕਰ ਸਕਦੇ, ਅਤੇ ਕਾਮਰੇਡ ਵੀ ਇੱਦਾਂ ਹਨ। ਪਰ ਇਹ ਬਹਿਸ ਦਾ ਵਿਸ਼ਾ ਨਹੀਂ ਹੈਗਾ। ਕਿਵੇਂ ਨਹੀਂ ਹੈਗਾ ਕਿ ਅਸੀਂ ਇੱਕ ਸਿੱਖ ਬਨਾਮ ਕਿਸੇ ਹੋਰ ਧਰਮ ਦਾ ਤਾਂ ਟਕਰਾਅ ਦੀ ਆਪਾਂ ਇੱਕ ਗੱਲ ਕਰ ਸਕਦੇ ਹਾਂ ਟੈਕਨੀਕਲੀ ਜੇ ਦੇਖਿਆ ਜਾਵੇ। ਕਾਮਰੇਡ ਬਨਾਮ ਕਾਂਗਰਸ, ਕਾਮਰੇਡ ਬਨਾਮ ਭਾਜਪਾ ਦੀ ਵੀ ਗੱਲ ਹੋ ਸਕਦੀ ਹੈ, ਪਰ ਇੱਕ ਕਾਮਰੇਡ ਹੋਣਾ ਇੱਕ ਪੋਲੀਟੀਕਲ ਫਿਲਾਸਫੀ ਹੈ ਨੰਬਰ 1 ਦਾ, ਉਹ ਧਾਰਮਿਕ ਫਿਲਾਸਫੀ ਨਹੀਂ ਹੈਗੀ। ਤਾਂ ਉਹਨੂੰ ਇੱਕ ਧਰਮ ਦੇ ਅਗੇਂਸਟ ਨਹੀਂ ਰੱਖ ਕੇ ਦੇਖਿਆ ਜਾਣਾ ਚਾਹੀਦਾ ਮੇਰੇ ਮੁਤਾਬਕ। ਨੰਬਰ 2, ਸਾਰੀ ਕਾਮਰੇਡ ਫਿਲਾਸਫੀ ਵੀ ਡਾਇਰੈਕਟ ਪੰਜਾਬ ਦੇ ਵਿੱਚ ਲਾਗੂ ਨਹੀਂ ਹੋ ਸਕਦੀ। ਮੈਂ ਇਹ ਅਕਸਰ ਕਹਿੰਦਾ ਉਹਨਾਂ ਆਪਦੇ ਕਾਮਰੇਡ ਦੋਸਤਾਂ ਨੂੰ ਵੀ ਕਿ ਜਦੋਂ ਤੱਕ ਪੰਜਾਬ ਦੇ ਵਿੱਚ ਖਾਸ ਤੌਰ 'ਤੇ ਕਾਮਰੇਡ ਵਿਚਾਰਧਾਰਾ ਬਾਬੇ ਨਾਨਕ ਦੀ, ਰਵਿਦਾਸ ਦੀ, ਕਬੀਰ ਹੁਣਾਂ ਦੀ, ਗੁਰੂ ਗੋਬਿੰਦ ਸਿੰਘ ਜੀ ਦੀ ਫਿਲਾਸਫੀ ਨੂੰ ਨਾਲ ਲੈ ਕੇ ਨਹੀਂ ਚੱਲਦੀ ਤਾਂ ਅਸੀਂ ਪੰਜਾਬ ਦੇ ਵਿੱਚ ਰੈਲੇਵੈਂਟ ਨਹੀਂ ਹੈਗੇ। ਸਾਨੂੰ ਪੰਜਾਬ ਦੇ ਵਿੱਚ ਇਹ ਫਿਲਾਸਫੀ ਨੂੰ ਨਾਲ ਲੈ ਕੇ ਚੱਲਣਾ ਪਊ। ਇਹ ਨਹੀਂ ਕਿ ਮਜਬੂਰੀ ਹੈ, ਕਿਉਂਕਿ ਉਹ ਫਿਲਾਸਫੀ ਸਾਰੀ ਉਹੀ ਗੱਲ ਕਹਿੰਦੀ ਹੈ ਜੋ ਤੁਸੀਂ ਕਹਿ ਰਹੇ ਹੋ। ਕਾਮਰੇਡ ਲੈਨਿਨ ਹੁਣੀ ਉਹ ਗੱਲ ਬਾਅਦ 'ਚ ਕਹਿੰਦੇ ਆ। ਰਵਿਦਾਸ ਜੀ ਅੱਜ ਉਹਨਾਂ ਦਾ ਪ੍ਰਕਾਸ਼ ਪੁਰਬ ਹੈ, ਉਹ ਪਹਿਲਾਂ ਇਹ ਫਿਲਾਸਫੀ ਬੇਗਮਪੁਰਾ ਸ਼ਹਿਰ ਕੋ ਨਾਮ ਦੇ ਅੰਡਰ ਦੇ ਦਿੰਦੇ ਆ। ਕਬੀਰ ਸਾਹਿਬ ਇਹ ਫਿਲਾਸਫੀ ਪਹਿਲਾਂ ਦੇ ਦਿੰਦੇ ਆ, ਉਸ ਤੋਂ ਬਾਅਦ ਫਿਰ ਗੁਰੂ ਨਾਨਕ ਸਾਹਿਬ ਇਹ ਫਿਲਾਸਫੀ ਦਿੰਦੇ ਆ, ਅਤੇ ਉਹ ਗੁਰੂ ਅਰਜਨ ਦੇਵ ਜੀ ਕੈਰੀ ਕਰਦੇ ਆ ਉਸ ਫਿਲਾਸਫੀ ਨੂੰ, ਅਤੇ ਉਸ ਫਿਲਾਸਫੀ ਨੂੰ ਅੰਜਾਮ ਤੱਕ ਗੁਰੂ ਗੋਬਿੰਦ ਸਿੰਘ ਜੀ ਅੰਮ੍ਰਿਤ ਛਕਾ ਕੇ ਲੈ ਕੇ ਜਾਂਦੇ ਆ, ਹੈ ਨਾ। ਸਾਨੂੰ ਉਹ ਫਿਲਾਸਫੀ ਨੂੰ ਸਮਝਣਾ ਪੈਣਾ ਅਤੇ ਉਸ ਫਿਲਾਸਫੀ ਨੂੰ ਨਾਲ ਲੈ ਕੇ ਚੱਲਣਾ ਪੈਣਾ, ਹੈ ਨਾ। ਉਹ ਜ਼ਰੂਰੀ ਹੈ। ਅਦਰਵਾਈਜ਼ ਅਤੇ ਉਹ ਕਮਿਊਨਿਸਟ ਵਿਚਾਰਧਾਰਾ ਵੀ ਕੋਈ ਗਲਤ ਨਹੀਂ ਹੈ ਆਪਣੇ ਆਪ 'ਚ। ਉਹ ਜੋ ਲਰੇ ਦੀਨ ਕੇ ਹੇਤ ਦੀ ਗੱਲ ਹੀ ਕਰ ਰਹੇ ਆ। ਹਾਂ, ਇਹ ਹੋ ਸਕਦਾ ਕਿ ਕੋਈ ਪੋਲੀਟੀਕਲ ਪਾਰਟੀ ਹੈ ਜਿਹੜੀ ਉਹਦੇ ਵਿੱਚ ਗਲਤ ਬੰਦੇ ਵੀ ਹੋਣਗੇ, ਉਹਦੇ ਵਿੱਚ ਬਹੁਤ ਸਾਰੇ ਧੜੇ ਹੈ, ਉਹਨਾਂ 'ਚੋਂ ਕਈ ਧੜੇ ਜਮਾਂ ਗਲਤ ਵੀ ਹੋਣਗੇ, ਕਈ ਧੜਿਆਂ ਦੇ ਵਿੱਚ ਕੁਛ ਗਲਤ ਬੰਦੇ ਹੋਣਗੇ, ਪਰ ਦੋਨੇ ਪਾਸੇ ਦੇ ਜਿਹੜੇ ਸਿਆਣੇ ਬੰਦੇ ਉਹਨਾਂ ਨੂੰ ਇਕੱਠੇ ਹੋ ਕੇ ਸਾਂਝੇ ਦੁਸ਼ਮਣ ਨੂੰ ਪਛਾਣਨਾ ਚਾਹੀਦਾ। ਜੇ ਹੁਣ ਅਸੀਂ ਇਹ ਮੋਰਚਾ ਹਾਰ ਗਏ
ਤਾਂ ਉਹਨਾਂ ਨੇ ਨਾ ਸਾਡੀ ਇਸ ਧਾਰਮਿਕ ਵਿਚਾਰਧਾਰਾ ਨੂੰ ਛੱਡਣਾ, ਨਾ ਕਾਮਰੇਡਾਂ ਦੀ ਵਿਚਾਰਧਾਰਾ ਨੂੰ ਛੱਡਣਾ, ਦੋਨੇ ਨੁਕਸਾਨ ਖਾਣਗੇ ਜੀ। ਇਹ ਤੁਸੀਂ ਪੋਲੀਟੀਕਲ ਗੱਲ ਕੀਤੀ ਹੈ, ਹਾਲਾਂਕਿ ਮੈਂ ਇਹ ਗੱਲ ਇੱਥੇ ਛੇੜਨੀ ਨਹੀਂ ਸੀ। ਹੁਣੇ ਇਲੈਕਸ਼ਨਸ ਹੋ ਕੇ ਹਟੇ ਆ, ਤੁਹਾਡੇ ਸ਼ਹਿਰ 'ਚ ਵੀ ਹੋਇਆ, ਬਠਿੰਡੇ 'ਚ MC ਇਲੈਕਸ਼ਨ ਹੋਇਆ। ਤੁਹਾਨੂੰ ਲੱਗਦਾ ਗਾ ਵੀ ਕਿਤੇ ਨਾ ਕਿਤੇ ਸ਼ਹਿਰੀ ਖੇਤਰ ਦੇ ਵਿੱਚ ਉਹ ਫੈਕਟਰ ਨਹੀਂ ਕਰਿਆ ਇਹ ਅੰਦੋਲਨ ਨੇ, ਜਾਂ ਉਹ ਇੰਪੈਕਟ ਨਹੀਂ ਦਿੱਤਾ ਜਥੇਬੰਦੀਆਂ ਉੱਥੇ ਥੋੜ੍ਹੀਆਂ ਜਿਹੀਆਂ ਬੈਕਫੁੱਟ 'ਤੇ ਨਜ਼ਰ ਆਈਆਂ ਵੀ ਜਿਹੜਾ ਹੋਣਾ ਚਾਹੀਦਾ ਸੀ? ਉੱਦਾਂ ਹੀ ਪੱਗਾਂ ਲੱਥਣ ਵਾਲੇ ਸੀ। ਮੈਂ ਅਕਸਰ ਪਿਛਲੀਆਂ 10-12 ਇੰਟਰਵਿਊਜ਼ 'ਚ ਮੈਂ ਇਹ ਸਵਾਲ ਕੀਤਾ ਹੀ ਆ ਵੀ ਅਸਲ ਦੇ ਵਿੱਚ ਲੋਕਾਂ ਦੇ ਮਨ ਦੇ ਵਿੱਚ ਹੈ ਕੀ ਹੈ? ਸ਼ਹਿਰੀ ਖੇਤਰ ਦੇ ਵਿੱਚ ਉਵੇਂ ਚੀਜ਼ ਕਿਉਂ ਨਹੀਂ ਨਿਕਲ ਗਈ ਜਿਵੇਂ ਪਿੰਡਾਂ ਵਾਲੇ ਖੇਤਰ ਦੇ ਵਿੱਚ? ਸ਼ਹਿਰੀ ਖੇਤਰ ਦੇ ਵਿੱਚ ਬਹੁਤ ਵੱਡੇ ਮੁਜ਼ਾਹਰੇ ਹੋਏ ਆ, ਜਿਹਦੇ 'ਚ ਕੈਂਡਲ ਲਾਈਟ ਮਾਰਚ ਵੀ ਹੋਏ ਆ, ਜਾਂ ਵੈਸੇ ਵੀ ਜਿਹਦੇ 'ਚ ਬਹੁਤ ਵੱਡੀ ਗਿਣਤੀ 'ਚ ਸ਼ਹਿਰੀਆਂ ਨੇ ਹਿੱਸਾ ਲਿਆ। ਕਿਉਂਕਿ ਸ਼ਹਿਰੀ ਲੋਕ ਕਿਸੇ ਕਿਸਾਨ ਯੂਨੀਅਨਾਂ ਜਾਂ ਪਾਰਟੀਆਂ ਨਾਲ, ਕਿਸਾਨਾਂ ਨਾਲ ਸੰਬੰਧਿਤ ਇਹੋ ਜਿਹੇ ਗਰੁੱਪਸ ਨਾਲ ਜੁੜੇ ਹੋਏ ਨਹੀਂ ਸੀ ਕਦੇ ਵੀ। ਸਿਰਫ ਪਿੰਡਾਂ ਵਾਲੇ ਜਿਨ੍ਹਾਂ ਦੇ ਖੇਤੀ ਕਰਦੇ ਆ, ਖਾਸ ਤੌਰ 'ਤੇ ਪਿੰਡਾਂ ਵਾਲਿਆਂ 'ਚ ਵੀ, ਉਹ ਸਿੱਧਾ ਕਿਸਾਨ ਯੂਨੀਅਨ ਨਾਲ ਜੁੜੇ ਸੀ। ਜਿਹੜੇ ਮਜ਼ਦੂਰ ਨੇ ਉਹ ਮਜ਼ਦੂਰ ਯੂਨੀਅਨਾਂ ਨਾਲ ਜੁੜੇ ਸੀ। ਸ਼ਹਿਰ ਦੇ ਵਿੱਚ ਇਹੋ ਜਿਹੀ ਲਾਮਬੰਦੀ ਨਹੀਂ ਸੀ। ਸ਼ਹਿਰ ਦੇ ਲੋਕ ਜਦੋਂ ਉਹ ਵੱਡੇ ਮੁਜ਼ਾਹਰਿਆਂ 'ਚ ਹਿੱਸਾ ਬਣੇ ਆ, ਤਾਂ ਉਹ ਇਸ ਲਈ ਬਣੇ ਆ ਕਿ ਉਹ ਇਮੋਸ਼ਨਲੀ ਇਸ ਪੂਰੀ ਮੂਵਮੈਂਟ ਦੇ ਨਾਲ ਆਪਣਾ ਦਰਦ ਮਹਿਸੂਸ ਕਰ ਰਹੇ ਆ। ਪਰ ਉਹਦਾ ਇਲੈਕਸ਼ਨਾਂ ਦੇ ਵਿੱਚ ਪ੍ਰਭਾਵ ਲੱਭਣਾ ਮੈਨੂੰ ਨਹੀਂ ਲੱਗਦਾ ਕਿ ਪਊਗਾ, ਲੋਕਲ ਉਹ ਵੀ ਇਲੈਕਸ਼ਨਾਂ ਦੇ ਵਿੱਚ। ਹੁਣ ਇੱਕ ਪ੍ਰਭਾਵ ਇਹਦਾ ਸਿੱਧਾ ਪਿਆ ਕਿ ਜੋ ਭਾਜਪਾ ਦੇ ਐਂਟੀ ਮੂਵਮੈਂਟ ਪੰਜਾਬ 'ਚ ਚੱਲੀ, ਉਹਦਾ ਕਾਰਨ ਸਿੱਧਾ ਅੰਦੋਲਨ ਹੈ, ਜਿਹਦੇ ਕਰਕੇ ਭਾਜਪਾ ਦੀ ਇੰਨੀ ਬੁਰੀ ਹਾਲਤ ਹੁੰਦੀ ਹੈ। ਤੇ ਈਵਨ ਅਕਾਲੀ ਦਲ ਨੂੰ ਵੀ ਕੋਈ ਬਹੁਮਤ ਨਹੀਂ ਮਿਲਦੀ, ਕਿਤੇ ਵੀ ਨਹੀਂ, 1-2 ਥਾਂ ਨੂੰ ਛੱਡ ਕੇ ਉਹ ਵੀ ਹਾਰਦਾ। ਪਰ ਜਿਹੜਾ ਕਾਂਗਰਸ ਦਾ ਐਡੇ ਵੱਡੇ ਪੱਧਰ 'ਤੇ ਜਿੱਤਣਾ, ਉਹ ਵੀ ਮੈਂ ਸਮਝਦਾ ਕੋਈ ਬਾਹਲੀ ਵਧੀਆ ਗੱਲ ਨਹੀਂ। ਸਾਡੀ ਇਹੀ ਸਮਝ ਬਹੁਤ ਵਾਰੀ ਮਾੜੀ ਹੋ ਜਾਂਦੀ ਹੈ ਕਿ ਅਸੀਂ ਪੂਰੀ ਦੀ ਪੂਰੀ ਤਾਕਤ ਇੱਕ ਧਿਰ ਨੂੰ ਫੜਾ ਦਿੰਦੇ ਹਾਂ। ਹੁਣ ਅਸੀਂ ਉਹਦਾ ਹੀ ਭੁਗਤ ਰਹੇ ਹਾਂ ਨਾ। ਹੁਣ ਭਾਜਪਾ ਦੇ ਕੋਲੇ ਪੂਰਨ ਬਹੁਮਤ ਹੈ, ਤੇ ਉਹ ਕੋਈ ਵੀ ਫੈਸਲੇ ਨੂੰ ਬਿਨਾਂ ਡਿਬੇਟ ਕਰਾਏ ਵੀ ਲਾਗੂ ਕਰ ਦਿੰਦਾ। ਜਿਵੇਂ ਤਿੰਨੇ ਰਾਜ ਸਭਾ ਦੇ ਵਿੱਚ ਅਸੀਂ ਦੇਖਿਆ ਕਿਵੇਂ ਭਾਰਤੀ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਗਈਆਂ। ਇਹ ਉਦੋਂ ਹੀ ਉੱਡਦੀਆਂ ਜਦੋਂ ਇੱਦਾਂ ਕੋਈ ਬਹੁਤ ਵੱਡੇ ਪੱਧਰ 'ਤੇ ਤਾਕਤ ਹੱਥ 'ਚ ਲੈ ਲੇ। ਮੈਂ ਚਾਹੁੰਦਾ ਸੀ ਕਿ, ਮੈਨੂੰ ਇਹ ਲੱਗਦਾ ਸੀ ਕਿ ਕਿਸਾਨ ਯੂਨੀਅਨਾਂ ਆਜ਼ਾਦ ਕੁਛ ਉਮੀਦਵਾਰਾਂ ਦੀ ਮਦਦ ਕਰਨ, ਤੇ ਇਹ ਪੋਲੀਟੀਕਲੀ ਰੈਲੇਵੈਂਟ ਹੋ ਜੇ ਥੋੜ੍ਹੀ ਜਿਹੀ ਗੱਲ। ਖੈਰ ਉਹਨਾਂ ਦਾ ਆਪਣੇ ਫੈਸਲੇ ਆ, ਤੇ ਮੈਨੂੰ ਲੱਗਦਾ ਕਿ ਗਾਂ ਪ੍ਰਭਾਵ ਇਹਦਾ ਜ਼ਰੂਰ ਦੇਖਣ ਨੂੰ ਮਿਲੂਗਾ ਜਦੋਂ ਸਾਡੇ ਵਿਧਾਨ ਸਭਾ ਦੇ ਇਲੈਕਸ਼ਨ ਹੋਣੇ ਆ। ਜੀ ਗੁਰਪ੍ਰੀਤ ਜੀ, ਤੁਸੀਂ ਸਮਾਂ ਦਿੱਤਾ, ਤੁਹਾਡਾ ਧੰਨਵਾਦ। ਹਾਂਜੀ, ਥੈਂਕ ਯੂ ਜੀ, ਤੁਹਾਡਾ ਵੀ ਬਹੁਤ ਸ਼ੁਕਰੀਆ ਜੀ। ਸੋ ਦੋਸਤੋ, ਇਹ ਸੀ ਗੁਰਪ੍ਰੀਤ ਆਰਟਿਸਟ ਬਠਿੰਡਾ ਤੋਂ। ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ, ਜਿਹੜੇ ਤੁਹਾਡੇ ਸਵਾਲ ਸਾਨੂੰ ਆਉਂਦੇ ਰਹਿੰਦੇ ਨੇ, ਅਸੀਂ ਖੰਗਾਲਣ ਦੀ ਕੋਸ਼ਿਸ਼ ਕੀਤੀ ਵੀ ਉਹਨਾਂ ਸਵਾਲਾਂ ਦੇ ਜਵਾਬ ਕੀ ਨੇ ਇਹਨਾਂ ਦੀ ਨਜ਼ਰ ਤੋਂ। ਅੱਗੇ ਫਿਰ ਮਿਲਾਂਗੇ ਕਿਸੇ ਹੋਰ ਸ਼ਖਸੀਅਤ ਦੇ ਨਾਲ। ਉਦੋਂ ਤੱਕ ਆਪਣੇ ਦੋਸਤ ਰਤਨਦੀਪ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ। ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।